श्री गुरु कहत बैन छूचा सो रहत जो, नाम ना जपत दुख पाए जम त्रास को। श्री गुरु कहत बैन छूचा सो रहत जो, नाम ना जपत दुख पाए जम त्रास को। सतनाम श्री वाहिगुरू साहिब जीओ। सिद्धि मने विचारिया किव दर्शन इह लेवै बाला। ऐसा जोगी कली माहे हमरे पंथ करे उजियाला। खप्पर दिता नाथ जी पानी पर लैवन उठ चाला। बाबा आया पाणीऐ डिठे रतन जवाहर लाला। बाबा आया पाणीऐ डिठे रतन जवाहर लाला। सतगुर अगम अगाध पुरख किहड़ा चले गुरु दी चाला। फिर आया गुरनाथ जी पानी ठौड़ नहीं उस ताला। शब्द जिती सिद्ध मंडली कीतो से अपना पंथ निराला। कल युग नानक नाम सुखाला। ਏਕੰਕਾਰ सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। वाहिगुरु जी का खालसा वाहिगुरु जी की फतेह। परम सत्कारयोग गुरु स्वरूप गुरु खालसा साध संगत जी, जितने भी आप माई भाई नेमी प्रेमी दूरों नेड़ियों चल करके महापुरखों के पावन पवित्र अस्थान अथवा गुरु बाबा जियां दे सचखंड दरबार दे विच पहुँचे हो। सब सतगुरां दे चरनां दे विच हाजरियां लवाउण दे वास्ते चित्त बिरती नूं बाहरों इकागर करन दी खेचल करो। धन धन साहिब श्री गुरु नानक देव जी महाराज जियां दी पावन पवित्र कथा चल रही है। पिछले प्रकरण दे विच असी यह विचार सरवण कीती कि धन गुरु नानक देव जी महाराज सच्चे पातशाह भाई बाले अते भाई मरदाने दी समेत सुमेर पर्वत दे उपर जा रहे हैं। रस्ते दे विच बहुत सारे छोटे अते बड़े पहाड़ आउंदे हैं। इन्हां पहाड़ां ते चलदियां चलदियां किते पैंडा पद्धरा आ जाता है, किते बड़ी विखम जगह आ जाती है, बिखड़ी जगह आ जाती है। किसी किसी स्थान ते सतगुरु अपना डेरा करते हैं, कुछ क समा अपना आसन लगा के बैठते हैं। तो सुमेर पर्वत के शिखर के उपर रहन वाली सिद्ध मंडली गोरखनाथ दे समेत उन्होंने पता चलिया कि वह वारी वारी धन गुरु नानक देव जी महाराज जियां दे पास आ रहे हैं और आके सतगुरु नानक देव जी महाराज जियां नूं सिद्ध कहते हैं कि तुसी अगे किसी स्थान ते जा रहे हो, तुहाडा जान दा की मतलब है। और इस स्थान ते जेकर तुसी सुमेर पर्वत के शिखर ते जाना चाहते हो तो तुहानू गोरखनाथ नूं गुरु धारण करना पवेगा। इस तरह के बहुत सारे सवाल जवाब
ਹੋਰ ਵੀ ਪ੍ਰਾਣਾਯਾਮ ਜੋ ਇਹਨਾਂ ਨੇ ਕੀਤਾ ਹੋਇਆ ਸੀ ਨਾ, ਉਹ ਯੋਗ ਦੇ ਬਾਰੇ ਪੁੱਛਣਾ ਕਰਦੇ ਹਨ। ਤਾਂ ਸਤਿਗੁਰੂ ਮਹਾਰਾਜ ਜੀ ਇਹਨਾਂ ਦੇ ਸਵਾਲਾਂ ਦੇ ਜਵਾਬ ਬੜੇ ਸੋਹਣੇ ਤਰੀਕੇ ਦੇ ਨਾਲ ਦਿੰਦੇ ਹਨ। ਤਾਂ ਉਹ ਜਾ ਕੇ ਗੁਰੂ ਮਹਾਰਾਜ ਜੀਆਂ ਦੀ ਪ੍ਰਸ਼ੰਸਾ ਕਰਦੇ ਹਨ ਕਿ ਉਹ ਵਾਕਿਆ ਹੀ ਗੁਰੂ ਨਾਨਕ ਅਵਤਾਰ ਇਸ ਧਰਤੀ 'ਤੇ ਪ੍ਰਗਟ ਹੋਏ ਹਨ। ਕਈ ਜੋਗੀ, ਕਈ ਸਿੱਧ ਆ ਕੇ ਬੜੇ ਕ੍ਰੋਧ ਦੇ ਨਾਲ ਵੀ ਵਚਨ ਵਿਲਾਸ ਅਤੇ ਬੋਲ ਕਬੋਲ ਬੋਲਦੇ ਹਨ। ਤਾਂ ਇਸ ਤਰ੍ਹਾਂ ਸਤਿਗੁਰੂ ਇਹਨਾਂ ਪਹਾੜਾਂ 'ਤੇ ਜਾਂਦੇ ਹੋਏ ਇੱਕ ਓਨਾ ਨਾਮ ਦੇ ਪਹਾੜ ਦੇ ਉੱਪਰ ਉਸ ਸਥਾਨ 'ਤੇ ਆਪਣਾ ਡੇਰਾ ਕਰਦੇ ਹਨ। ਜਦ 3 ਘੜੀਆਂ ਇਸ ਸਥਾਨ 'ਤੇ ਸਤਿਗੁਰਾਂ ਆਪਣਾ ਆਸਣ ਰੱਖਿਆ ਤਾਂ ਕੁਝ ਕੁ ਸਮੇਂ ਬਾਅਦ ਸਤਿਗੁਰੂ ਮੁਸਕਰਾਉਂਦੇ ਹਨ। ਭਾਈ ਮਰਦਾਨਾ ਸਤਿਗੁਰਾਂ ਦੇ ਮੁਸਕਰਾਉਣ ਤੋਂ ਪੁੱਛਦਾ ਹੈ, ਬੇਨਤੀ ਕਰਦਾ ਹੈ, ਸੱਚੇ ਪਾਤਸ਼ਾਹ, ਅਚਨਚੇਤ ਆਪ ਜੀ ਬੈਠੇ ਮੁਸਕਰਾਉਂਦੇ ਹੋ, ਕੀ ਕਾਰਨ ਹੈ? ਸਤਿਗੁਰੂ ਕਹਿੰਦੇ ਹਨ ਕਿ ਭਾਈ ਮਰਦਾਨਾ, ਇੱਕ ਜੋਗੀ, ਇੱਕ ਸਿੱਧ ਪੁਰਸ਼ ਹੋਰ ਸਾਡੇ ਪਾਸ ਆ ਰਿਹਾ ਹੈ, ਜਿਸ ਦਾ ਮਨ, ਜਿਸ ਦਾ ਹਿਰਦਾ ਬੜਾ ਹੰਕਾਰ ਦੇ ਨਾਲ ਸੜਿਆ ਬਲਿਆ ਪਿਆ ਹੈ। ਤੇ ਸਤਿਗੁਰੂ ਮਹਾਰਾਜ ਭਾਈ ਮਰਦਾਨੇ ਦੇ ਨਾਲ ਬਚਨ ਵਿਲਾਸ ਕਰ ਹੀ ਰਹੇ ਸਨ ਕਿ ਉਹ ਕਨੀਪਾ ਨਾਮ ਦਾ ਸਿੱਧ ਉਹ ਸਤਿਗੁਰਾਂ ਦੇ ਪਾਸ ਪਹੁੰਚ ਜਾਂਦਾ ਹੈ। ਸਤਿਗੁਰਾਂ ਦੇ ਪਾਸ ਆ ਕੇ ਉਹੀ ਸਵਾਲ ਕਰਦਾ ਹੈ ਕਿ ਤੁਹਾਡਾ ਨਾਮ ਕੀ ਹੈ, ਔਰ ਅੱਗੇ ਤੁਸੀਂ ਕਿਸ ਅਸਥਾਨ 'ਤੇ ਜਾਣਾ ਚਾਹੁੰਦੇ ਹੋ? ਜੇਕਰ ਸੁਮੇਰ ਪਰਬਤ 'ਤੇ ਪਹੁੰਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਗੋਰਖਨਾਥ ਨੂੰ ਗੁਰੂ ਧਾਰਨ ਕਰਨਾ ਪਵੇਗਾ। ਤੇ ਸਤਿਗੁਰੂ ਮਹਾਰਾਜ ਇਹਨਾਂ ਦੇ ਸਾਰੇ ਸਵਾਲਾਂ ਦਾ ਜਵਾਬ ਦਿੰਦੇ ਹਨ। ਤਾਂ ਜਦ ਇਹ ਪਰਮਾਰਥ ਦੇ ਬਾਰੇ ਪੁੱਛਣਾ ਕਰਦੇ ਹਨ ਤੇ ਸਤਿਗੁਰੂ ਮਹਾਰਾਜ ਉਹ ਵੀ ਬੜੇ ਸੋਹਣੇ ਤਰੀਕੇ ਦੇ ਨਾਲ ਜਵਾਬ ਦਿੰਦੇ ਹਨ। ਇੱਕ ਹਨੀਫਾ ਨਾਮ ਦਾ ਸਿੱਧ ਇਹ ਵੀ ਸਮਝ ਜਾਂਦਾ ਹੈ ਕਿ ਗੁਰੂ ਨਾਨਕ ਦੇ ਸਮਾਨ ਕੋਈ ਨਹੀਂ ਹੈ, ਇਹ ਵਾਕਿਆ ਹੀ ਕੋਈ ਅਵਤਾਰ ਇਸ ਧਰਤੀ 'ਤੇ ਪ੍ਰਗਟ ਹੋਏ ਹਨ। ਉਹ ਸਤਿਗੁਰਾਂ ਦੇ ਪਾਸੋਂ ਚੱਲ ਕੇ ਸਿੱਧ ਮੰਡਲੀ ਦੇ ਵਿੱਚ ਗੋਰਖਨਾਥ ਆਦਿ ਦੇ ਪਾਸ ਪਹੁੰਚ ਜਾਂਦੇ ਹੈ। ਤਾਂ ਇਸ ਸਥਾਨ 'ਤੇ ਕਨੀਫਾ ਨਾਮ ਦੇ ਸਿੱਧ ਨੇ ਗੁਰੂ ਮਹਾਰਾਜ ਜੀਆਂ ਦੀ ਉਸਤਤ ਕੀਤੀ। ਤਾਂ ਉਸ ਟਾਈਮ ਗੋਰਖਨਾਥ ਇਸ ਸਿੱਧ ਨੂੰ ਚੁੱਪ ਕਰਾ ਦਿੰਦਾ ਹੈ ਕਿ ਦੇਖੋ ਹੋਰ ਕੋਈ ਵਚਨ ਨਾ ਬੋਲੋ। ਤਾਂ ਉਹ ਸਿੱਧ ਮੰਡਲੀ ਦੇ ਵਿੱਚ ਕਹਿੰਦਾ ਹੈ ਕਿ ਤੁਹਾਡੇ ਵਿੱਚੋਂ ਹੋਰ ਵੀ ਕੋਈ ਹੈ ਜੋ ਵਾਦ ਵਿਵਾਦ ਕਰਕੇ ਨਾਨਕ ਤਪਾ ਜੀਆਂ ਨੂੰ ਜਿੱਤੇ ਔਰ ਉਸ ਨੂੰ ਆਪਣਾ ਚੇਲਾ ਬਣਾ ਕੇ ਲੈ ਕੇ ਆਵੇ। ਤਾਂ ਇੱਕ ਹਨੀਫਾ ਨਾਮ ਦਾ ਸਿੱਧ ਉੱਠਦਾ ਹੈ, ਉਹ ਕਹਿੰਦਾ ਹੈ ਕਿ ਮੈਨੂੰ ਆਗਿਆ ਦੇਵੋ, ਮੈਂ ਜਾਵਾਂਗਾ। ਤਾਂ ਗੋਰਖਨਾਥ ਦੇ ਪਾਸੋਂ ਆਗਿਆ ਲੈ ਕੇ ਉਹ ਹਨੀਫਾ ਨਾਮ ਦਾ ਸਿੱਧ ਉਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਕੋਲ ਆਣ ਪ੍ਰਗਟ ਹੁੰਦਾ ਹੈ। ਤਾਂ ਉਸ ਟਾਈਮ ਸਤਿਗੁਰਾਂ ਨੂੰ ਆਦੇਸ਼ ਕੀਤੀ ਕਿ ਬਾਲੇ ਆਦੇਸ਼ ਹੈ ਜੋ ਇਹਨਾਂ ਦਾ ਬੋਲਾ ਸੀ। ਤਾਂ ਸਤਿਗੁਰੂ ਬਚਨ ਕਰਦੇ ਹਨ, ਏਕ ਓਂਕਾਰ ਕੋ ਆਦੇਸ਼, ਉਸ ਪਰਮੇਸ਼ਵਰ ਨੂੰ ਆਦੇਸ਼ ਹੈ ਸਾਡੀ। ਤਾਂ ਉਸ ਟਾਈਮ ਹਨੀਫਾ ਨਾਮ ਦੇ ਸਿੱਧ ਨੂੰ ਸਤਿਗੁਰੂ ਕਹਿੰਦੇ ਹਨ ਕਿ ਆਓ ਹਨੀਫਾ ਸਾਡੇ ਪਾਸ ਬੈਠੋ। ਜਦ ਇਸ ਦਾ ਨਾਮ ਲੈ ਕੇ ਬੁਲਾਉਣਾ ਕੀਤਾ, ਇਹ ਬੜਾ ਹੈਰਾਨ ਹੋਇਆ। ਤਾਂ ਪੁੱਛਣ ਲੱਗਿਆ ਕਿ ਇਹ ਨਾਨਕ ਤਪਾ ਜੀ, ਤੁਹਾਡਾ ਅਤੇ ਸਾਡਾ ਪਹਿਲੀ ਵਾਰ ਮੇਲ ਮਿਲਾਪ ਹੋਇਆ ਹੈ, ਇਸ ਤੋਂ ਪਹਿਲਾਂ ਕਦੀ ਮੇਲ ਨਹੀਂ ਹੋਇਆ, ਕਦੇ ਮਿਲੇ ਨਹੀਂ ਹਾਂ। ਪਰ ਤੁਸੀਂ ਮੇਰਾ ਨਾਮ ਕਿਵੇਂ ਜਾਣਦੇ ਹੋ? ਜਾਂ ਤੁਹਾਨੂੰ ਕਿਸੇ ਨੇ ਦੱਸ ਦਿੱਤਾ, ਜਾਂ ਕਰ ਤੁਹਾਡੇ ਆਪਣੇ ਹੀ ਸ਼ਕਤੀ ਕਰਾਮਾਤ ਦੇ ਕਾਰਨ ਤੁਹਾਨੂੰ ਪਤਾ ਚੱਲ ਗਿਆ ਹੈ। ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਬਚਨ ਕਰਦੇ ਹਨ ਹਨੀਫਾ ਨਾਮ ਦੇ ਸਿੱਧ ਨੂੰ ਕਿ ਹਨੀਫਾ, ਤੇਰੇ ਬਾਰੇ ਤੇ ਅਸੀਂ ਸਭ ਕੁਝ ਜਾਣਦੇ ਹਾਂ ਕਿ ਤੂੰ ਕਿਸ ਤਰ੍ਹਾਂ ਆਪਣਾ ਰਾਜ ਭਾਗ ਛੱਡ ਕੇ ਗੋਰਖਨਾਥ ਦਾ ਚੇਲਾ ਬਣਿਆ। ਤਾਂ ਜਦ ਇਸ ਤਰ੍ਹਾਂ ਦੇ ਬਚਨ ਕਹੇ ਤੇ ਉਸ ਸਿੱਧ ਦੇ ਮਨ ਦੇ ਵਿੱਚ ਕੁਛ ਪ੍ਰਸੰਨਤਾ, ਕੁਛ ਖੁਸ਼ੀ ਵੀ ਹੋਈ ਅਤੇ ਉਸਨੇ ਪੁੱਛਣਾ ਵੀ ਚਾਹਿਆ
ਬੇਨਤੀ ਕੀਤੀ ਜੀ ਫਿਰ ਦੱਸੋ ਕਿ ਮੈਂ ਕਿਸ ਕਾਰਨ ਕਰਕੇ ਔਰ ਕਿਸ ਤਰ੍ਹਾਂ ਕਰਕੇ ਗੋਰਖਨਾਥ ਜੀਆਂ ਦਾ ਚੇਲਾ ਬਣਿਆ। ਤਾਂ ਸਤਿਗੁਰੂ ਮਹਾਰਾਜ ਉਸ ਟਾਈਮ ਇਸ ਦੇ ਬਾਰੇ ਦੱਸਣਾ ਕਰਦੇ ਹਨ ਕਿ ਤੇਰਾ ਪਿਤਾ ਕੰਕ ਕਰਨ ਨਾਮ ਕਰਕੇ, ਉਹ ਕੰਕ ਕਰਨ ਨਾਮ ਕਰਕੇ ਤੇਰਾ ਪਿਤਾ ਸੀਲਪੁਰ ਨਾਮ ਦੇ ਇਲਾਕੇ ਦੇ ਵਿੱਚ ਉਸ ਸਥਾਨ 'ਤੇ ਰਾਜ ਕਰਦਾ ਸੀ। ਉਹ ਇੱਕ ਰਾਜਾ ਸੀ। ਜਦ ਰਾਜ ਭਾਗ ਕਰਦੇ ਉਸ ਨੂੰ ਬੜਾ ਸਮਾਂ, ਜਾਣੇ ਸਾਰੀ ਉਮਰ ਬਤੀਤ ਹੋ ਗਈ। ਆਖਰਕਾਰ ਉਸ ਦੀ ਔਧ ਪੂਰੀ ਹੋਣ 'ਤੇ, ਉਮਰ ਪੂਰੀ ਹੋਣ 'ਤੇ ਉਹ ਆਪਣੇ ਪ੍ਰਾਣ ਤਿਆਗ ਜਾਂਦਾ ਹੈ, ਸਰੀਰ ਛੱਡ ਜਾਂਦਾ ਹੈ। ਤਾਂ ਸਤਿਗੁਰਾਂ ਦੱਸਿਆ ਕਿ ਹਨੀਫਾ ਉਸ ਟਾਈਮ ਤੇਰੀ ਉਮਰ 17 ਕੁ ਵਰਸ ਦੀ ਸੀ, 17 ਕੁ ਸਾਲ ਦੀ ਸੀ। ਔਰ ਤੇਰੇ ਪਿਤਾ ਦੇ ਚਲਾਣੇ ਤੋਂ ਬਾਅਦ ਉਸ ਸਾਰੇ ਦੇਸ਼, ਰਾਜ ਭਾਗ, ਖਜ਼ਾਨਿਆਂ ਦਾ ਮਾਲਕ ਤੂੰ ਬਣ ਗਿਆ। 17 ਸਾਲ ਦੀ ਉਮਰ ਦੇ ਵਿੱਚ ਤੂੰ ਰਾਜ ਭਾਗ ਸੰਭਾਲ ਲਿਆ ਅਤੇ ਇੱਕ ਸਮੇਂ ਦੀ ਵਿਚਾਰ ਕਿ ਤੂੰ ਜੰਗਲ ਦੇ ਵੱਲ ਸ਼ਿਕਾਰ ਖੇਡਣ ਦੇ ਵਾਸਤੇ ਗਿਆ। ਜਦ ਜੰਗਲ ਦੇ ਵੱਲ ਸ਼ਿਕਾਰ ਖੇਡਣ ਦੇ ਵਾਸਤੇ ਗਿਆ ਤੇ ਸ਼ਿਕਾਰ ਦੇ ਸਮੇਂ ਉਸ ਤੋਂ ਬਹੁਤ ਸਾਰੇ ਜੰਗਲੀ ਜਾਨਵਰਾਂ ਦਾ ਘਾਤ ਕੀਤਾ, ਵਾਰਨਾ ਕੀਤਾ, ਜਿਨ੍ਹਾਂ ਦੇ ਵਿੱਚ ਬੜੇ ਸੂਰ, ਬੜੇ ਪੰਛੀ, ਬੜੇ ਹਿਰਨ ਆਦਿ ਇਹ ਵੀ ਸਨ। ਤਾਂ ਸਤਿਗੁਰੂ ਮਹਾਰਾਜ ਜੀ ਨੇ ਦੱਸਿਆ ਕਿ ਜਦ ਤੂੰ ਇਹਨਾਂ ਜਾਨਵਰਾਂ ਦਾ ਸ਼ਿਕਾਰ ਕਰਕੇ ਵਾਪਸ ਆ ਰਿਹਾ ਸੀ ਨਾ, ਤਾਂ ਉਸ ਟਾਈਮ ਤੇਰਾ ਮਿਲਾਪ ਪਹਿਲੀ ਦਫਾ, ਪਹਿਲੀ ਵਾਰ ਗੋਰਖਨਾਥ ਦੇ ਨਾਲ ਹੋਇਆ। ਗੋਰਖਨਾਥ ਅੱਗੋਂ ਤੈਨੂੰ ਆ ਕੇ ਮਿਲਿਆ ਤਾਂ ਤੇਰੇ ਪਾਸ ਇਹ ਮਰੇ ਹੋਏ ਜਾਨਵਰ ਦੇਖ ਕੇ, ਇਹ ਸ਼ਿਕਾਰ ਕੀਤੇ ਹੋਏ ਜਾਨਵਰ ਦੇਖ ਕੇ ਗੋਰਖਨਾਥ ਨੇ ਤੈਨੂੰ ਕਿਹਾ ਕਿ ਦੇਖ ਰਾਜਨ, ਇਹ ਤੂੰ ਜੋ ਜੀਵਾਂ ਦਾ ਘਾਤ ਕੀਤਾ ਹੈ ਨਾ, ਤੇਰੇ ਅੰਦਰ ਰੱਤੀ ਮਾਤਰ ਵੀ ਦਇਆ ਨਹੀਂ ਪਾਈ ਜਾਂਦੀ ਹੈ। ਮੈਂ ਇਹ ਦੇਖ ਲਿਆ ਹੈ ਕਿ ਤੇਰਾ ਹਿਰਦਾ ਦਇਆ ਤੋਂ ਖਾਲੀ ਹੈ। ਇਹ ਬੇਜਵਾਨ ਜਾਨਵਰਾਂ ਨੂੰ ਕੇਵਲ ਆਪਣੀ ਜੀਵ ਦੇ ਸਵਾਦ ਦੇ ਵਾਸਤੇ, ਜੀਵ ਦੇ ਰਸਨਾ ਦੇ ਰਸ ਦੇ ਵਾਸਤੇ ਇਹਨਾਂ ਜੀਵਾਂ ਦਾ ਘਾਤ ਕਰ ਦਿੱਤਾ ਹੈ, ਇਹਨਾਂ ਨੂੰ ਮਾਰ ਦਿੱਤਾ ਹੈ। ਪਰ ਤੈਨੂੰ ਇਸ ਗੱਲ ਦੀ ਸੋਝੀ ਨਹੀਂ ਹੈ, ਇਸ ਗੱਲ ਦੀ ਖਬਰ ਨਹੀਂ ਹੈ ਕਿ ਜਦੋਂ ਇਹਨਾਂ ਦਾ ਲੇਖਾ ਜੋਖਾ ਦੇਣਾ ਪਿਆ, ਫਿਰ ਇਹ ਜਾਨਵਰ, ਇਹ ਜੀਵ ਤੇਰਾ ਵੀ ਇਸੇ ਤਰ੍ਹਾਂ ਘਾਤ ਕਰਨਗੇ। ਜਿੰਨੇ ਜਾਨਵਰਾਂ ਨੂੰ ਮਾਰਦਾ ਹੈ, ਬਾਰ-ਬਾਰ ਇੰਨੇ ਜਾਨਵਰਾਂ ਦਾ ਰੂਪ ਧਾਰ ਕੇ ਤੈਨੂੰ ਵੀ ਮਰਨਾ ਪਵੇਗਾ। ਇਸੇ ਤਰ੍ਹਾਂ ਦੀ ਤੇਰੀ ਹਾਲਤ ਹੋਵੇਗੀ ਜਿਹੜੀ ਹਾਲਤ ਇਹਨਾਂ ਜਾਨਵਰਾਂ ਦੀ ਤੂੰ ਕੀਤੀ ਹੈ। ਤਾਂ ਇਸ ਤਰ੍ਹਾਂ ਦੇ ਬਚਨ ਜਦ ਗੋਰਖਨਾਥ ਨੇ ਕਹੇ ਤੇ ਉਹ ਕਹਿਣ ਲੱਗਿਆ ਕਿ ਮੈਂ ਉਸ ਟਾਈਮ, ਸਤਿਗੁਰੂ ਦੱਸਦੇ ਹਨ ਕਿ ਹਨੀਫਾ ਤੂੰ ਉਸ ਟਾਈਮ ਆਪਣੇ ਹਿਰਦੇ 'ਚੋਂ ਬੜਾ ਡਰ ਗਿਆ ਸੀ। ਤੈਨੂੰ ਮੌਤ ਦਾ, ਮਰਨ ਦਾ ਭੈ ਹਿਰਦੇ ਦੇ ਵਿੱਚ ਪ੍ਰਗਟ ਹੋਇਆ ਕਿ ਮੈਂ ਵੀ ਮਰ ਜਾਵਾਂਗਾ, ਮੇਰੀ ਵੀ ਇਹੋ ਜਿਹੀ ਹਾਲਤ ਹੋਵੇਗੀ। ਜਦ ਮੌਤ ਦਾ ਭੈ ਹਿਰਦੇ ਦੇ ਵਿੱਚ ਆਇਆ, ਮੌਤ ਦੇ ਭੈ ਤੋਂ ਡਰਿਆ, ਕੰਬਿਆ, ਤਾਂ ਉਸ ਟਾਈਮ ਤੋਂ ਗੋਰਖਨਾਥ ਦੇ ਪਾਸ ਹੱਥ ਜੋੜ ਕੇ ਬੇਨਤੀਆਂ ਕੀਤੀਆਂ। ਗੋਰਖਨਾਥ ਦੇ ਪੈਰਾਂ 'ਤੇ ਮੱਥਾ ਟੇਕਿਆ ਬਾਰ-ਬਾਰ ਕਿ ਦੇਖੋ ਜੀ ਨਾਥ ਜੀ, ਕਿਵੇਂ ਨਾ ਕਿਵੇਂ ਮੇਰੇ 'ਤੇ ਕਿਰਪਾ ਕਰੋ, ਮੈਨੂੰ ਇਸ ਮੌਤ ਤੋਂ ਔਰ ਇਹਨਾਂ ਜੋ ਮੈਂ ਜ਼ੁਲਮ ਕੀਤੇ ਹੋਏ ਹੈ, ਇਹਨਾਂ ਦਾ ਪਾਪ ਲੱਗਣਾ ਹੈ, ਇਸ ਪਾਪ ਤੋਂ ਮੈਨੂੰ ਬਰੀ ਕਰ ਦੇਵੋ, ਬਚਾ ਦੇਵੋ। ਤਾਂ ਗੋਰਖਨਾਥ ਨੇ ਕਿਹਾ ਕਿ ਦੇਖ, ਜੇਕਰ ਤੂੰ ਮੌਤ ਤੋਂ ਪਰੇ ਹੋਣਾ ਚਾਹੁੰਦਾ ਹੈ, ਮੌਤ ਤੋਂ ਬਚਣਾ ਚਾਹੁੰਦਾ ਹੈ, ਇਸ ਲੇਖੇ ਜੋਖੇ ਤੋਂ ਬਚਣਾ ਚਾਹੁੰਦਾ ਹੈ, ਦੁੱਖਾਂ ਤੋਂ ਬਚਣਾ ਚਾਹੁੰਦਾ ਹੈ, ਤਾਂ ਤੈਨੂੰ ਯੋਗ ਧਾਰਨ ਕਰਨਾ ਪਵੇਗਾ। ਜੇ ਤੂੰ ਯੋਗ ਮਤ ਨੂੰ ਧਾਰਨ ਕਰ ਲਵੇ, ਯੋਗ ਦੇ ਸਾਰੇ ਅਸੂਲ, ਸਾਰੇ ਚਿੰਨ੍ਹ ਧਾਰਨ ਕਰ ਲਵੇ, ਤਾਂ ਤੈਨੂੰ ਨਾ ਤੇ ਕਦੇ ਬੁਢੇਪਾ ਆਵੇਗਾ, ਨਾ ਬਿਮਾਰੀ ਆਵੇਗੀ, ਨਾ ਮੌਤ ਆਵੇਗੀ, ਸਾਰੀਆਂ ਚੀਜ਼ਾਂ ਤੋਂ ਤੂੰ ਬਚ ਜਾਵੇਂਗਾ। ਤਾਂ ਉਸ ਟਾਈਮ ਸਤਿਗੁਰੂ ਕਹਿੰਦੇ ਹਨੀਫਾ ਤੂੰ ਗੋਰਖਨਾਥ ਦੇ ਸਾਹਮਣੇ ਆਪਣੀ ਪਗੜੀ ਉਤਾਰ ਦਿੱਤੀ, ਕਿਉਂਕਿ ਗੋਰਖਨਾਥ ਨੇ ਕਿਹਾ ਸੀ ਨਾ ਕਿ ਯੋਗ ਮਾਰਗ ਧਾਰਨ ਕਰਨਾ ਹੈ ਤੇ ਪਹਿਲੇ ਤੈਨੂੰ ਆਪਣਾ ਸਿਰ ਮੁੰਡਵਾਉਣਾ ਪਵੇਗਾ, ਮੁੰਡਾਉਣਾ ਪਵੇਗਾ,
ਫਿਰ ਕੰਨ ਪਾੜ ਕੇ ਕੰਨਾਂ ਦੇ ਵਿੱਚ ਫਟਕ ਬਲੌਰ ਦੀਆਂ ਮੁੰਦਰਾਂ ਪਵਾਉਣੀਆਂ ਪੈਣਗੀਆਂ। ਸਰੀਰ ਦੇ ਉੱਤੇ ਵਿਭੂਤੀ ਮਲਣੀ ਪਵੇਗੀ ਕਿ ਝੋਲੀ ਧਾਰਨ ਕਰਨੀ ਪਵੇਗੀ। ਅਰ ਫਿਰ ਦਰ ਦਰ ਤੇ ਭੀਖ ਮੰਗ ਕੇ ਖਾਣਾ ਪਵੇਗਾ। ਇਹ ਰਾਜ ਭਾਗ ਸਭ ਤਿਆਗ ਦੇਣਾ ਪਵੇਗਾ। ਜਦ ਇਸ ਤਰ੍ਹਾਂ ਦੱਸਿਆ ਤਾਂ ਉਸਨੇ ਆਪਣੀ ਪਗੜੀ ਉਤਾਰ ਦਿੱਤੀ ਕਿ ਦੇਖੋ ਮੇਰਾ ਸਿਰ ਦਾ ਮੁੰਡਨ ਕਰਕੇ ਮੈਨੂੰ ਆਪਣੇ ਯੋਗ ਮਤ ਦੇ ਵਿੱਚ ਲੈ ਕੇ ਆਓ। ਜੇ ਐਸਾ ਕਰਨ ਦੇ ਨਾਲ ਹੀ ਮੌਤ ਤੋਂ ਜਿੱਤਿਆ ਜਾ ਸਕਦਾ ਹੈ ਨਾ, ਤਾਂ ਮੈਂ ਇਹ ਯੋਗ ਜ਼ਰੂਰ ਯੋਗ ਮਤ ਧਾਰਨ ਕਰ ਲਵਾਂਗਾ। ਤਾਂ ਉਸ ਟਾਈਮ ਸਤਿਗੁਰੂ ਕਹਿੰਦੇ ਗੋਰਖਨਾਥ ਨੇ ਤੇਰਾ ਸਿਰ ਮੁੰਨ ਦਿੱਤਾ, ਅਰ ਤੇਰਾ ਸਿਰ ਮੁੰਨ ਦਿੱਤਾ, ਮੁੰਡਨ ਕਰ ਦਿੱਤਾ, ਕੰਨ ਪਾੜ ਕੇ ਕੰਨਾਂ ਦੇ ਵਿੱਚ ਫਟਕ ਬਲੌਰ ਦੀਆਂ ਮੁੰਦਰਾਂ ਪਾ ਦਿੱਤੀਆਂ, ਸਰੀਰ ਤੇ ਵਿਭੂਤੀ ਮਲੀ ਗਈ, ਝੋਲੀ ਆਦਿ ਧਾਰਨ ਕੀਤੀ ਗਈ। ਉਸ ਟਾਈਮ ਤੋਂ ਸਤਿਗੁਰੂ ਕਹਿੰਦੇ ਫਿਰ ਤੂੰ ਇਸ ਸਿੱਧ ਮੰਡਲੀ ਦੇ ਵਿੱਚ ਰਲ ਗਿਆ ਸੀ, ਮਿਲ ਗਿਆ ਸੀ। ਅਰ ਯੋਗ ਦੇ ਜੋ ਹੋਰ ਜੋ ਯੋਗ ਆਦਿ ਕਰਨਾ ਸੀ, ਪ੍ਰਾਣਾਯਾਮ ਆਦਿ, ਉਹ ਤੂੰ ਆਰੰਭ ਕਰ ਦਿੱਤਾ ਸੀ। ਇਹ ਬੜਾ ਖੁਸ਼ ਵੀ ਹੋਇਆ ਕਿ ਵਾਕਿਆ ਹੀ ਗੁਰੂ ਨਾਨਕ ਅਵਤਾਰ ਹਨ, ਗਿਆਨਵਾਨ ਹਨ, ਇਹਨਾਂ ਨੂੰ ਸਾਰੀ ਸੋਝੀ ਹੈ। ਸਤਿਗੁਰਾਂ ਤੇ ਚਰਨਾਂ ਤੇ ਬਾਰ-ਬਾਰ ਨਮਸਕਾਰ ਕੀਤੀ, ਮੱਥਾ ਟੇਕਿਆ। ਫਿਰ ਇਸਨੇ ਹੋਰ ਤਸੱਲੀ ਦੇ ਵਾਸਤੇ ਇੱਕ ਬਚਨ ਹੋਰ ਪੁੱਛਿਆ, ਬੇਨਤੀ ਕੀਤੀ ਕਿ ਹੈ ਗੁਰੂ ਨਾਨਕ ਜੀ, ਜੇਕਰ ਇੱਕ ਵਾਰ ਤਾਂ ਮੈਨੂੰ ਹੋਰ ਦੱਸ ਦੇਵੋ, ਇੱਕ ਗੱਲ ਹੋਰ ਦੱਸ ਦੇਵੋ, ਤੇ ਮੇਰੇ ਮਨ ਦੇ ਵਿੱਚ ਬੜੀ ਤਸੱਲੀ ਆ ਜਾਵੇਗੀ, ਬੜਾ ਨਿਸ਼ਚਾ ਆ ਜਾਵੇਗਾ। ਇਹਨੇ ਪੁੱਛਣਾ ਕੀਤਾ ਕਿ ਮੈਨੂੰ ਇਹ ਵੀ ਦੱਸ ਦੇਵੋ ਕਿ ਜਦ ਗੋਰਖਨਾਥ ਦਾ ਮੈਂ ਚੇਲਾ ਬਣਿਆ, ਉਸਨੇ ਮੇਰਾ ਸਿਰ ਮੁੰਨਿਆ, ਸਿਰ ਦਾ ਮੁੰਡਨ ਕੀਤਾ, ਤਾਂ ਉਹ ਜਗ੍ਹਾ ਕਿਹੜੀ ਸੀ, ਕਿਸ ਜਗ੍ਹਾ 'ਤੇ ਸੀ? ਸਤਿਗੁਰੂ ਮਹਾਰਾਜ ਦੱਸਦੇ ਹਨ, ਲੁੰਡੇ ਨਾਮ ਦੇ ਪਿੱਪਲ ਦੇ ਥੱਲੇ, ਲੁੰਡੇ ਪਿੱਪਲ ਦੇ ਥੱਲੇ ਉਸ ਸਥਾਨ 'ਤੇ ਤੇਰਾ ਸਿਰ ਮੁੰਨਿਆ। ਤਾਂ ਜਦ ਇਹ ਦੱਸ ਦਿੱਤਾ, ਉਸ ਨੂੰ ਬੜੀ ਤਸੱਲੀ ਆਈ। ਸਤਿਗੁਰਾਂ ਨੂੰ ਗੁਰੂ ਨਾਨਕ ਅਵਤਾਰ ਮੰਨ ਕੇ, ਪਰਮੇਸ਼ਵਰ ਦਾ ਅਵਤਾਰ ਮੰਨ ਕੇ, ਚਰਨਾਂ 'ਤੇ ਨਮਸਕਾਰ ਕਰਕੇ ਬੜੇ ਸੁੱਖਾਂ ਦੇ ਨਾਲ ਸਤਿਗੁਰਾਂ ਦੀ ਉਸਤਤ ਕਰਦਾ ਹੋਇਆ ਸਿੱਧ ਮੰਡਲੀ ਦੇ ਵਿੱਚ ਪਹੁੰਚ ਜਾਂਦਾ ਹੈ। ਸਿੱਧ ਮੰਡਲੀ ਦੇ ਵਿੱਚ ਪਹੁੰਚ ਕੇ ਸਤਿਗੁਰਾਂ ਦੀ ਉਸਤਤ ਕੀਤੀ, ਵਡਿਆਈ ਕੀਤੀ ਕਿ ਇਹ ਦੁਨੀਆ ਦੇ ਵਿੱਚ ਗੁਰੂ ਨਾਨਕ ਦੇ ਸਮਾਨ ਕੋਈ ਵੀ ਨਹੀਂ ਹੈ। ਤਾਂ ਗੋਰਖਨਾਥ ਨੇ ਇਸ ਨੂੰ ਵੀ ਚੁੱਪ ਕਰਵਾ ਦਿੱਤਾ। ਤਾਂ ਫਿਰ ਇਸ ਤੋਂ ਬਾਅਦ ਇੱਕ ਭੂਤਨੇ ਨਾਮ ਦਾ ਸਿੱਧ, ਉਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪਾਸ ਆਇਆ। ਭੂਤਨੇ ਨਾਮ ਦਾ ਸਿੱਧ ਉਹ ਸਤਿਗੁਰਾਂ ਦੇ ਪਾਸ ਆ ਕੇ ਕਹਿਣ ਲੱਗਿਆ, ਹੈ ਨਾਨਕ ਤਪਾ ਜੀ, ਤੁਸੀਂ ਜੇਕਰ ਅੱਗੇ ਜਾਣਾ ਚਾਹੁੰਦੇ ਹੋ ਤੇ ਗੋਰਖਨਾਥ ਨੂੰ ਆਪਣਾ ਗੁਰੂ ਧਾਰਨ ਕਰੋ, ਤਾਂ ਤੇ ਤੁਹਾਨੂੰ ਤੁਹਾਡਾ ਬੁਢਾਪੇ ਤੋਂ ਵੀ ਬਚਾਅ ਹੋ ਜਾਵੇਗਾ, ਤੁਹਾਡੇ ਸਰੀਰ 'ਤੇ ਬੁਢਾਪਾ ਨਹੀਂ ਆਵੇਗਾ, ਮੌਤ ਨਹੀਂ ਆਵੇਗੀ। ਔਰ ਤੁਸੀਂ ਇੱਥੇ ਆਏ ਹੋ, ਕਿਤੇ ਖਾਲੀ ਨਾ ਮੁੜ ਜਾਵੋ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਆਲਸ ਤੋਂ ਰਹਿਤ ਹੋ ਕੇ ਪ੍ਰੇਮ ਦੇ ਨਾਲ ਸਰਵਣ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ, ਵਾਹਿਗੁਰੂ ਜੀ। ਸ੍ਰੀ ਗੁਰੂ ਕਹਿਤ ਬੈਨ ਛੂਚਾ ਸੋ ਰਹਿਤ ਜੋ। ਜਿਸ ਟਾਈਮ ਭੂਤਨੇ ਨਾਮ ਦੇ ਸਿੱਧ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੂੰ ਇਹ ਬਚਨ ਕਹੇ ਕਿ ਐ ਨਾਨਕ ਤਪਾ ਜੀ, ਤੁਸੀਂ ਹੁਣ ਇਸ ਸਥਾਨ 'ਤੇ ਐਡੀ ਉੱਚੀ ਪਹਾੜ 'ਤੇ ਪਹੁੰਚ ਹੀ ਚੁੱਕੇ ਹੋ, ਤਾਂ ਇੱਥੋਂ ਖਾਲੀ ਨਾ ਮੁੜ ਜਾਵੋ। ਮੈਂ ਚਾਹੁੰਦਾ ਹਾਂ ਕਿ ਤੁਸੀਂ ਗੋਰਖਨਾਥ ਜੀਆਂ ਨੂੰ ਆਪਣਾ ਗੁਰੂ ਧਾਰਨ ਕਰੋ, ਤਾਂ ਤੇ ਤੁਸੀਂ ਮੌਤ ਤੋਂ ਜਿੱਤ ਪ੍ਰਾਪਤ ਕਰ ਲਵੋਗੇ। ਬੁਢਾਪਾ ਤੁਹਾਡੇ ਸਰੀਰ ਦੇ ਉੱਪਰ ਆਵੇਗਾ ਹੀ ਨਹੀਂ, ਔਰ ਇਸ ਕਰਕੇ ਤੁਸੀਂ ਇਸ ਸਥਾਨ ਤੋਂ ਖਾਲੀ ਨਾ ਮੁੜ ਜਾਵੋ। ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਟਾਈਮ ਬਚਨ ਕਰਦੇ ਹਨ, ਸ਼੍ਰੀ ਗੁਰੂ ਕਹਿਤ ਬੈਨ ਛੂਛਾ ਸੋ ਰਹਿਤ। ਸਤਿਗੁਰੂ ਕਹਿਣ ਲੱਗੇ ਬਈ ਇਸ ਦੁਨੀਆ ਦੇ ਵਿੱਚ ਖਾਲੀ ਤੇ ਉਹ ਪੁਰਖ ਰਹਿ ਜਾਂਦਾ ਹੈ, ਉਹ ਮਨੁੱਖ ਰਹਿ ਜਾਂਦਾ ਹੈ ਜਿਹੜਾ ਉਸ ਪਰਮੇਸ਼ਵਰ ਦਾ ਭਜਨ ਨਹੀਂ ਕਰਦਾ। ਨਾਮ ਨਾ ਜਪਤ ਦੁਖ ਪਾਏ ਜਮ ਤਰਾਸ ਕੋ। ਜਿਹੜਾ ਇਸ ਦੁਨੀਆ ਦੇ ਵਿੱਚ ਮਨੁੱਖਾ ਸਰੀਰ ਧਾਰਨ ਕਰਕੇ ਆ ਗਿਆ, ਮਨੁੱਖਾ ਸਰੀਰ ਪ੍ਰਾਪਤ ਵੀ ਹੋ ਗਿਆ, ਫਿਰ ਵੀ ਰੱਬ ਦੇ ਵਾਹਿਗੁਰੂ ਦੇ ਨਾਮ ਤੋਂ ਸੱਖਣਾ ਹੈ,
ਨਾਮ ਦੇ ਨਾਲ ਕਦੇ ਮਨ ਨਹੀਂ ਜੋੜਦਾ ਹੈ, ਆਪਣੀ ਰਸਨਾ ਤੋਂ ਵਾਹਿਗੁਰੂ ਦੇ ਨਾਮ ਦਾ ਜਾਪ ਨਹੀਂ ਕਰਦਾ ਹੈ। ਸਤਿਗੁਰੂ ਕਹਿਣ ਲੱਗੇ ਉਹ ਪੁਰਖ ਇਸ ਦੁਨੀਆ ਤੋਂ, ਇਸ ਸੰਸਾਰ ਤੋਂ ਛੂਛਾ, ਉਹ ਖਾਲੀ ਹੀ ਚਲਿਆ ਜਾਂਦਾ ਹੈ। ਜਿਸ ਤਰ੍ਹਾਂ ਇਸ ਦੁਨੀਆ ਦੇ ਵਿੱਚ ਜਾਨਵਰ ਇਹਨਾਂ ਦਾ ਜਨਮ ਹੁੰਦਾ ਹੈ ਨਾ, ਪਸ਼ੂ ਪੰਛੀ ਆਉਂਦੇ ਹਨ, ਨਾਮ ਤੋਂ ਸਖਣਾ ਇਨਸਾਨ ਉਸੇ ਤਰ੍ਹਾਂ ਹੀ ਇਸ ਦੁਨੀਆ ਤੋਂ ਚਲਿਆ ਜਾਂਦਾ ਹੈ। ਫਿਰ ਇਸ ਦੁਨੀਆ 'ਤੇ ਰਹਿ ਕੇ ਵੀ, ਦੁਨੀਆ ਤੋਂ ਜਾਣ ਤੋਂ ਬਾਅਦ ਵੀ ਵੱਡੇ ਵੱਡੇ ਦੁੱਖ ਪਾਉਂਦਾ ਹੈ। ਜਮਾ ਆਦਿ ਦੇ ਦੁੱਖਾਂ ਤੋਂ ਉਹਨੂੰ ਕੋਈ ਵੀ ਨਹੀਂ ਬਚਾ ਸਕਦਾ। ਮਾਨ ਕੋ ਮਿਟਾਏ ਸਵੇ ਚਰਨ ਲਗਾਏ ਅਬ। ਤੇ ਸਤਿਗੁਰੂ ਮਹਾਰਾਜ ਕਹਿੰਦੇ ਬਈ ਦੂਸਰੀ ਗੱਲ, ਦੂਸਰੀ ਵਿਚਾਰ ਤੂੰ ਜੋ ਕਹਿੰਦਾ ਹੈ ਕਿ ਤੁਸੀਂ ਗੋਰਖ ਨੂੰ ਗੁਰੂ ਧਾਰਨ ਕਰੋ ਜਾਂ ਇੱਥੋਂ ਵਾਪਸ ਪਿੱਛੇ ਮੁੜ ਜਾਵੋ, ਜੇਕਰ ਆਪਣੇ ਪ੍ਰਾਣ ਚਾਹੁੰਦੇ ਹੋ, ਪ੍ਰਾਣਾਂ ਦਾ ਬਚਾਅ ਚਾਹੁੰਦੇ ਹੋ, ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਐ ਸਿੱਧੋ, ਅਸੀਂ ਤਾਂ ਤੁਹਾਡਾ ਸਾਰਾ ਮਾਣ ਹੰਕਾਰ ਦੂਰ ਕਰਨ ਵਾਸਤੇ ਆਏ ਹਾਂ। ਤੁਹਾਡਾ ਮਾਣ ਹੰਕਾਰ ਦੂਰ ਕਰਕੇ ਤੁਹਾਨੂੰ ਚਰਨੀ ਲਗਾਵਾਂਗੇ। ਨਹੀਂ ਹਟ ਜਾਏ ਹਮ ਆਵੇ ਤੁਮ ਪਾਸ ਕੋ। ਜਿਹੜਾ ਤੁਸੀਂ ਬਾਰ-ਬਾਰ ਆ ਕੇ ਸਾਨੂੰ ਇਹ ਕਹਿੰਦੇ ਹੋ ਨਾ ਕਿ ਜਾਂ ਤੇ ਗੋਰਖ ਨੂੰ ਗੁਰੂ ਧਾਰਨ ਕਰੋ ਜਾਂ ਇੱਥੋਂ ਵਾਪਸ ਚਲੇ ਜਾਵੋ, ਤੇ ਸਤਿਗੁਰੂ ਕਹਿਣ ਲੱਗੇ ਨਹੀਂ, ਹੁਣ ਅਸੀਂ ਇਸੇ ਅਸਥਾਨ 'ਤੇ ਇੱਥੋਂ ਤੱਕ ਪਹੁੰਚ ਚੁੱਕੇ ਹਾਂ, ਅੱਗੇ ਤੁਹਾਡੀ ਉਸ ਸਿੱਧ ਮੰਡਲੀ ਤੱਕ ਵੀ ਪਹੁੰਚ ਹੀ ਜਾਵਾਂਗੇ। ਜਨਮ ਮਰਨ ਕੋ ਅੰਤਕ ਮਨ ਮਨ ਸੋ। ਫਿਰ ਸਤਿਗੁਰੂ ਕਹਿਣ ਲੱਗੇ ਤੁਸੀਂ ਜੋ ਮੌਤ ਦਾ ਭੈ, ਮੌਤ ਦਾ ਦੁੱਖ ਸਾਨੂੰ ਦਿਖਾਉਂਦੇ ਹੋ ਨਾ, ਡਰਾਉਂਦੇ ਹੋ ਕਿ ਇਉਂ ਕਰਕੇ ਤੁਹਾਨੂੰ ਮੌਤ, ਆਪਣੇ ਪ੍ਰਾਣ ਗਵਾਉਣੇ ਪੈ ਜਾਣਗੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਕਿ ਇਸ ਦੁਨੀਆ ਦੇ ਵਿੱਚ ਮੌਤ ਦਾ ਭੈ ਤਾਂ ਉਹਨਾਂ ਲੋਕਾਂ ਨੂੰ ਹੁੰਦਾ ਹੈ। ਦੇਹ ਵਿਖੇ ਹੰਤਾ ਅਤ ਤਾਰਿਓ ਅਭਿਆਸ ਕੋ। ਜਿਨ੍ਹਾਂ ਮਨੁੱਖਾਂ ਨੇ ਆਪਣੀ ਹਉ ਹੰਗਤਾ, ਜਾਣੇ ਹੰਗਤਾ ਮਮਤਾ ਇਸ ਦੇਹੀ ਦੇ ਵਿੱਚ ਧਾਰਨ ਕੀਤੀ ਹੈ, ਇਸ ਸਰੀਰ ਨੂੰ ਹੀ ਆਪਣਾ ਸਭ ਕੁਝ ਸਮਝ ਲਿਆ ਹੈ, ਉਹਨਾਂ ਨੂੰ ਆਪਣੀ ਆਤਮਾ ਦੇ ਬਾਰੇ, ਰੂਹ ਦੇ ਬਾਰੇ ਕੋਈ ਪਤਾ ਨਹੀਂ ਹੈ। ਕੇਵਲ ਤੇ ਕੇਵਲ ਸਰੀਰ ਨੂੰ ਹੀ ਸਭ ਕੁਝ ਸਮਝ ਕੇ ਆਪਣੀ ਹੰਗਤਾ ਮਮਤਾ ਸਰੀਰ ਦੇ ਨਾਲ ਜੋੜ ਕੇ ਦੇਹ ਦਾ ਅਭਿਆਸ ਇੰਨਾ ਪਰਪੱਕ ਕਰ ਲਿਆ ਹੈ ਕਿ ਸਰੀਰ ਤੋਂ ਉੱਪਰ ਉਹਨਾਂ ਦੀ ਬਿਰਤੀ ਉੱਠਦੀ ਹੀ ਨਹੀਂ ਹੈ। ਦੇਹ ਅਭਿਆਸ ਇੰਨਾ ਹੋ ਚੁੱਕਿਆ ਹੈ ਕਿ ਦਿਨ ਦੇ ਵਿੱਚ 8 ਪਹਿਰ ਉਹਨਾਂ ਦੀ ਲਿਵ, ਉਹਨਾਂ ਦੀ ਬਿਰਤੀ ਇਸ ਸਰੀਰ ਦੇ ਨਾਲ ਹੀ ਜੁੜੀ ਰਹਿੰਦੀ ਹੈ। ਤੇ ਇਹ ਹੰਗਤਾ ਮਮਤਾ ਧਾਰਨ ਕੀਤੀ ਦੇਹ ਅਭਿਆਸ ਪਰਪੱਕ ਕਰਨ ਵਾਲੇ ਨੂੰ, ਉਸ ਪੁਰਸ਼ ਨੂੰ ਮਰਨ ਦਾ ਦੁੱਖ ਹੁੰਦਾ ਹੈ, ਮੌਤ ਤੋਂ ਦੁੱਖ ਡਰ ਲੱਗਦਾ ਹੈ। ਰੰਚਕ ਸਨੇ ਗਿਆਨੀ ਕਰ ਨੈ ਦੇ ਵਿਖੈ। ਫਿਰ ਸਤਿਗੁਰਾਂ ਦੱਸਣਾ ਕਿ ਕੀਤਾ ਕਿ ਐ ਸਿੱਧ ਪੁਰਸ਼ੋ, ਗਿਆਨੀ ਪੁਰਸ਼ ਹੈ ਜੋ ਗਿਆਨਵਾਨ ਹੈ, ਉਹ ਤਾਂ ਰੰਚਕ ਮਾਤਰ ਵੀ ਇਸ ਦੇਹ ਦੇ ਨਾਲ, ਇਸ ਸਰੀਰ ਦੇ ਨਾਲ ਮੋਹ ਪ੍ਰੇਮ ਨਹੀਂ ਕਰਦਾ। ਸਰੀਰ ਧਾਰਨ ਕਰਕੇ ਜੋ ਕਾਰਨ ਕਰਨੇ ਬਣਦੇ ਹਨ ਨਾ, ਜੋ ਕਾਰਜ ਕਰਨੇ ਬਣਦੇ ਹਨ, ਉਹ ਗਿਆਨਵਾਨ ਪੁਰਸ਼ ਕਰਦੇ ਹਨ। ਆਪਣੇ ਪਰਮਾਰਥ ਦਾ ਕਾਰਜ ਰਾਸ ਕਰਦੇ ਹਨ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ। ਜੋ ਇਸ ਮਨੁੱਖ ਦਾ ਮੇਨ ਕਾਰਜ ਹੈ, ਅਸਲੀ ਕਾਰਜ ਹੈ, ਪਰਮਾਰਥ ਦੇ ਰਸਤੇ 'ਤੇ ਚੱਲ ਕੇ ਉਸ ਪਰਮ ਪਦਵੀ ਨੂੰ ਪ੍ਰਾਪਤ ਕਰਨਾ। ਤੇ ਸਤਿਗੁਰੂ ਕਹਿੰਦੇ ਗਿਆਨਵਾਨ ਪੁਰਸ਼ ਉਹ ਪਰਮਾਰਥ ਦੇ ਕਾਰਜ ਰਾਸ ਕਰਦੇ ਹਨ ਇਸ ਸਰੀਰ ਦੇ ਨਾਲ, ਪਰ ਆਪਣੀ ਦੇਹ ਹੰਗਤਾ, ਦੇਹ ਮਮਤਾ ਉਹ ਇਸ ਸਰੀਰ ਦੇ ਵਿੱਚ ਪਕੜ ਧਾਰਨ ਨਹੀਂ ਕਰਦੇ। ਰਹੇ ਤੇ ਹਰ ਕਨਈ ਸੋਕ ਨਾ ਵਿਨਾਸ਼ ਕੋ। ਅਰ ਗਿਆਨਵਾਨ ਪੁਰਸ਼ਾਂ ਨੂੰ ਤਾਂ ਇਸ ਸਰੀਰ ਦੇ ਹੁੰਦਿਆਂ ਹੋਇਆਂ ਇਹ ਖੁਸ਼ੀ ਨਹੀਂ ਹੁੰਦੀ ਕਿ ਸਾਡੇ ਪਾਸ ਇਹ ਸਰੀਰ ਹੈ। ਉਹ ਕੇਵਲ ਤੇ ਕੇਵਲ ਸਰੀਰ ਦੇ ਕਾਰਜਾਂ ਵਿੱਚ ਨਹੀਂ ਉਲਝਦੇ। ਰਹੇ ਤੇ ਸ਼ੋਕ ਨਹੀਂ, ਖੁਸ਼ੀ ਨਹੀਂ, ਵਿਨਾਸ਼ੇ ਤੋਂ ਗਮ ਨਹੀਂ ਹੁੰਦਾ। ਜੇਕਰ ਸਰੀਰ ਤਿਆਗ ਦੇਣ, ਸਰੀਰ ਛੱਡ ਦੇਣ, ਤੇ ਉਹਨਾਂ ਨੂੰ ਸਰੀਰ ਤਿਆਗਣ ਦਾ ਕੋਈ ਗਮ, ਅਫਸੋਸ ਜਾਂ ਕੋਈ ਦੁੱਖ ਨਹੀਂ ਹੁੰਦਾ। ਦੋਹਰਾ ਸੁਣ ਕੇ ਜਾਣੇ ਗਿਆਨ ਕਨ, ਗਮਨਿਓ ਨਿਜ ਅਸਥਾਨ। ਜਦ ਇਸ ਤਰ੍ਹਾਂ ਦੇ ਬਚਨ ਭੂਤਨੇ ਨਾਮ ਦੇ ਸਿੱਧ ਨੇ ਸੁਣੇ ਤਾਂ ਉਸ ਟਾਈਮ ਇਹਨੇ ਆਪਣੇ ਮਨ ਦੇ ਵਿੱਚ ਅੰਦਾਜ਼ਾ ਲਗਾ ਲਿਆ ਕਿ ਵਾਕਿਆ ਹੀ ਨਾਨਕ ਤਪਾ ਜੀ ਗਿਆਨ ਦੇ ਸਾਗਰ ਹਨ।
ਇਹਨਾਂ ਦੇ ਸਮਾਨ ਕੋਈ ਨਹੀਂ ਹੋ ਸਕਦਾ। ਗੋਰਖ ਕੇ ਟਿਕ ਬੈਠ ਕੇ ਕੀਨ ਬਿਰਤੰਤ ਬਖਾਨ। ਸਤਿਗੁਰਾਂ ਦੇ ਨਾਲ ਬਚਨ ਵਿਲਾਸ ਕਰਦੇ ਇਹ ਸਿੱਧ ਇੱਥੇ ਹੀ ਅਲੋਪ ਹੋ ਜਾਂਦਾ ਹੈ। ਉਥੇ ਸਿੱਧ ਮੰਡਲੀ ਦੇ ਵਿੱਚ ਗੋਰਖਨਾਥ ਜੀਆਂ ਦੇ ਪਾਸ ਜਾ ਕੇ ਪ੍ਰਗਟ ਹੋ ਜਾਂਦਾ ਹੈ। ਤੇ ਤੂਸ਼ਨ ਕਰਵਾਏ ਕੇ ਗੋਰਖ ਆਇਸ ਦੀਨ। ਉੱਥੇ ਜਾ ਕੇ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਉਸਤਤ ਕੀਤੀ ਇਸ ਸਿੱਧ ਨੇ ਤੇ ਗੋਰਖਨਾਥ ਨੇ ਇਸ ਨੂੰ ਵੀ ਚੁੱਪ ਕਰਵਾ ਦਿੱਤਾ। ਕਹਿਣ ਲੱਗਿਆ ਗੋਰਖਨਾਥ ਕਿ ਦੇਖੋ ਤੁਸੀਂ ਚੁੱਪ ਕਰੋ ਔਰ ਬਾਕੀ ਜੋ ਸਿੱਧਾਂ ਦੇ ਮਨ ਦਾ ਮਾਣ ਹੈ ਨਾ ਉਹ ਵੀ ਦੂਰ ਕਰਵਾਉਣਾ ਹੈ। ਤਾਂ ਇਸ ਤਰ੍ਹਾਂ ਜਦ ਸਤਿਗੁਰੂ ਮਹਾਰਾਜ ਜੀਆਂ ਦੇ ਉਸਤਤ ਕਰਦੇ ਨੂੰ ਗੋਰਖਨਾਥ ਨੇ ਰੋਕ ਦਿੱਤਾ। ਹੈ ਕੋ ਸਿੱਧ ਸਮਰਥ ਜੋ ਜੀਤੇ ਬਚਨ ਪਰਵੀਨ। ਫਿਰ ਸਿੱਧ ਮੰਡਲੀ ਦੇ ਵਿੱਚ ਗੋਰਖਨਾਥ ਕਹਿਣ ਲੱਗਿਆ ਕਿ ਤੁਹਾਡੇ ਵਿੱਚੋਂ ਹੋਰ ਕੋਈ ਐਸਾ ਸਿੱਧ ਹੈ ਜੋ ਜਾ ਕੇ ਨਾਨਕ ਤਪਾ ਜੀਆਂ ਦੇ ਨਾਲ ਵਾਦ ਵਿਵਾਦ ਕਰਕੇ ਉਹਨਾਂ ਨੂੰ ਜਿੱਤ ਕੇ ਲੈ ਕੇ ਆਵੇ, ਜਾਂ ਤੇ ਉਹਨਾਂ ਨੂੰ ਆਪਣੇ ਯੋਗ ਮਤ ਦੇ ਵਿੱਚ ਲੈ ਕੇ ਆਵੇ, ਜਾਂ ਉਸ ਸਥਾਨ ਤੋਂ ਹੀ ਵਾਪਸ ਮੋੜ ਦੇਵੇ। ਤਾਂ ਗੋਰਖਨਾਥ ਨੇ ਜਦ ਸਿੱਧ ਮੰਡਲੀ ਦੇ ਵਿੱਚ ਇਸ ਤਰ੍ਹਾਂ ਕਿਹਾ, ਚਰਪਟ ਕਰੁਰ ਤਮਕ ਕੋ ਆਵਾ ਗੁਰ ਕੇ ਪਾਸ। ਇੱਕ ਚਰਪਟ ਨਾਮ ਦਾ ਜੋਗੀ ਸਿੱਧ ਪੁਰਸ਼ ਉਹ ਥੋੜਾ ਜਿਹਾ ਗੁੱਸਾ, ਥੋੜਾ ਜਿਹਾ ਕ੍ਰੋਧ ਕਰਕੇ ਉੱਠਿਆ ਔਰ ਕਹਿਣ ਲੱਗਿਆ ਕਿ ਮੈਨੂੰ ਆਗਿਆ ਦੇਵੋ, ਮੈਂ ਜਾ ਕੇ ਦੇਖਦਾ ਹਾਂ ਕਿ ਉਹ ਕੈਸੇ ਹਨ। ਬੈਠਿਓ ਤਵੇ ਸਮੀਪ ਹਵੇ ਕੀਨੇ ਬਚਨ ਪ੍ਰਕਾਸ਼। ਤੇ ਆਗਿਆ ਲੈ ਕੇ ਗੋਰਖਨਾਥ ਤੋਂ ਇਧਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪਾਸ ਆ ਕੇ ਬੈਠ ਜਾਂਦਾ ਹੈ। ਸਤਿਗੁਰਾਂ ਦੇ ਪਾਸ ਆ ਕੇ ਪਹਿਲਾਂ ਵਾਲੇ ਸਿੱਧ ਪੁਰਸ਼ਾਂ ਦੀ ਤਰ੍ਹਾਂ ਇਸਨੇ ਵੀ ਬਚਨ ਵਿਲਾਸ ਗੱਲਬਾਤ ਆਰੰਭ ਕਰ ਦਿੱਤੀ। ਸਵਈਆ ਆਸਨ ਬੈਸਨ ਹੈ ਕਹਿ ਠਾਂ। ਇਹਨੇ ਵੀ ਹੁਣ ਸਵਾਲ ਜਵਾਬ ਸ਼ੁਰੂ ਕਰ ਦਿੱਤੇ। ਕਹਿਣ ਲੱਗਿਆ ਦੱਸੋ ਜੀ ਹੁਣ ਤੁਹਾਡਾ ਆਸਨ ਕਿਸ ਸਥਾਨ 'ਤੇ ਹੈ, ਕਿਸ ਸਥਾਨ 'ਤੇ ਤੁਸੀਂ ਆਪਣਾ ਆਸਨ ਲਗਾ ਕੇ ਚੌਂਕੜਾ ਲਗਾ ਕੇ ਬੈਠਣਾ ਕਰਦੇ ਹੋ। ਤਉ ਭੋਜਨ ਕੋਨ ਅਚੋ ਜੋ ਅਧਾਰਾ। ਤੇ ਦੂਸਰੀ ਗੱਲ ਤੁਹਾਡਾ ਜੋ ਭੋਜਨ ਹੈ ਆਪਣੇ ਜੀਵ ਦੇ ਨਿਰਵਾਹ ਦੇ ਵਾਸਤੇ ਤੁਸੀਂ ਕਿਹੜਾ ਭੋਜਨ ਛਕਣਾ ਕਰਦੇ ਹੋ। ਸਹਿਜ ਦਸਾਏ ਕਹਾਂ ਬਿਸਰਾਮ ਕੀ। ਔਰ ਆਪਣਾ ਵਿਸ਼ਰਾਮ ਕਰਨ ਦੇ ਵਾਸਤੇ ਕਿਸ ਸਥਾਨ ਤੇ ਤੁਸੀਂ ਸੇਜਾ ਡਾਈ ਹੋਈ ਹੈ। ਕੌਣ ਦੁਕੂਲ ਸਰੀਰ ਭੈ ਤਾਰਾ। ਆਪਣੇ ਸਰੀਰ ਦੇ ਉੱਪਰ ਕਿਹੜਾ ਕੱਪੜਾ ਤੁਸੀਂ ਧਾਰਨ ਕੀਤਾ ਹੈ। ਆਸਨ ਬੈਸਨ ਦੇਹ ਕੇ ਪੀਤਰ। ਜਦ ਇਸ ਤਰ੍ਹਾਂ ਦੇ ਸਵਾਲ ਆ ਕੇ ਇਸਨੇ ਕੀਤੇ, ਗੁੱਝੇ ਸਵਾਲ ਸਤਿਗੁਰਾਂ ਦੇ ਪਾਸ ਕੀਤੇ ਕਿ ਇਹਨਾਂ ਦਾ ਬਾਹਰੀ ਤੌਰ ਤੇ ਮਤਲਬ ਕੁਝ ਹੋਰ ਸੀ, ਅੰਤਰੀਵ ਭਾਵ ਕੁਝ ਹੋਰ ਸੀਗਾ। ਕਿਉਂਕਿ ਇਹਨਾਂ ਨੇ ਹੁਣ ਇਹ ਵਿਚਾਰ ਸੋਚੀ ਸੀ ਕਿ ਹੁਣ ਜੇਕਰ ਇਹ ਆਪਣੇ ਸਰੀਰਕ ਤੌਰ ਤੇ ਵਿਚਾਰ ਦੱਸਣਗੇ ਤੇ ਇਹਨਾਂ ਦਾ ਅਰਥ, ਇਹਨਾਂ ਦਾ ਪ੍ਰਸ਼ਨ ਦਾ ਉੱਤਰ ਸਹੀ ਨਹੀਂ ਠਹਿਰੇਗਾ। ਤਾਂ ਹੁਣ ਸਤਿਗੁਰੂ ਮਹਾਰਾਜ ਜੀਆਂ ਨੂੰ ਪੁੱਛਿਆ ਸੀ ਕਿ ਤੁਹਾਡਾ ਆਸਨ ਕਿੱਥੇ ਹੈ, ਕਿਹੜਾ ਭੋਜਨ ਛਕਦੇ ਹੋ। ਤੇ ਸਤਿਗੁਰੂ ਮਹਾਰਾਜ ਆਸਨ ਦੇ ਬਾਰੇ ਦੱਸਣਾ ਕਰਦੇ ਹਨ। ਨਾਮ ਸੋ ਭੋਜਨ ਜਾਨ ਹਮਾਰਾ। ਸਤਿਗੁਰੂ ਕਹਿਣ ਲੱਗੇ ਸਾਡਾ ਆਸਨ ਦੇਹ ਦੇ ਭੀਤਰ ਹੈ। ਆਸਨ ਬੈਸਨ ਦੇਹ ਕੇ ਭੀਤਰ। ਦੇਹ ਦੇ ਭੀਤਰ ਇਸ ਸਰੀਰ ਦੇ ਅੰਦਰ ਹੀ ਸਾਡਾ ਆਸਨ ਲੱਗਿਆ ਹੋਇਆ ਹੈ। ਤੇ ਜਿਹੜਾ ਭੋਜਨ ਦੀ ਤੁਸੀਂ ਗੱਲ ਕਰਦੇ ਹੋ ਉਹ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਭੋਜਨ, ਉਹ ਅਸੀਂ ਹਰ ਸਮੇਂ ਉਹੀ ਭੋਜਨ ਛਕਦੇ ਹਾਂ। ਚੀਰ ਖਿਮਾ ਤਨ ਪੈ ਪਹਿਰੇ। ਜਿਹੜੇ ਕੱਪੜੇ ਦੀ ਗੱਲ ਕਰਦੇ ਹੋ ਕਿ ਸਰੀਰ ਤੇ ਕਿਹੜਾ ਕੱਪੜਾ ਪਹਿਨਿਆ ਹੈ, ਤਾਂ ਸਤਿਗੁਰੂ ਕਹਿਣ ਲੱਗੇ ਚੀਰ ਖਿਮਾ ਤਨ ਪੈ ਪਹਿਰੇ। ਆਪਣੇ ਸਰੀਰ ਦੇ ਉੱਪਰ ਖਿਮਾ ਰੂਪੀ ਕੱਪੜਾ ਇਹ ਅਸੀਂ ਪਹਿਨਿਆ ਹੋਇਆ ਹੈ ਕਿ ਖਿਮਾ ਧਾਰਨ ਕਰਕੇ ਰੱਖਦੇ ਹਾਂ। ਸੁਠ ਸਹਿਜ ਦਸੀ ਦਸਵੇਂ ਬਰ ਦੁਆਰਾ। ਫਿਰ ਜੋ ਇਸਨੇ ਪ੍ਰਸ਼ਨ ਕੀਤਾ ਸੀ ਨਾ ਸਿੱਧ ਚਰਪਟਨਾਥ ਨੇ ਕਿ ਤੁਹਾਡੀ ਸੇਜਾ ਕਿੱਥੇ ਡਾਈ ਹੋਈ ਹੈ, ਜਿੱਥੇ ਤੁਸੀਂ ਆਰਾਮ ਕਰਦੇ ਹੋ। ਤੇ ਸਤਿਗੁਰੂ ਇਸ ਦਾ ਵੀ ਉੱਤਰ ਦਿੰਦੇ ਹਨ ਕਿ 10ਵੇਂ ਦੁਆਰ ਦੇ ਵਿੱਚ ਸਾਡੀ ਸੇਜਾ ਟਿਕੀ ਹੋਈ ਹੈ। ਕਵਿਤ ਚਰਪਟ ਖਟਪਟ ਮਿੱਟੀ ਕਟਪਟ ਤਟ। ਉਸ ਟਾਈਮ ਸਤਿਗੁਰੂ ਮਹਾਰਾਜ ਜੀਆਂ ਨੇ ਜਦ
ਇਸ ਦੇ ਸਵਾਲਾਂ ਦਾ ਪੂਰਾ ਇਸ ਨੂੰ ਜਵਾਬ ਦੇ ਦਿੱਤਾ। ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਸਭ ਕੁਝ ਦੱਸ ਦਿੱਤਾ ਕਿ ਦੇਹ ਦੇ ਭੀਤਰ ਸਰੀਰ ਦੇ ਅੰਦਰ ਸਾਡਾ ਆਸਣ ਲੱਗਿਆ ਹੋਇਆ ਹੈ, ਨਾਮ ਸਾਡਾ ਭੋਜਨ ਹੈ, ਖਿਮਾ ਦੇ ਅਸੀਂ ਕੱਪੜੇ ਵਸਤਰ ਧਾਰਨ ਕੀਤੇ ਹੋਏ ਹੈ, ਤੇ ਸਾਡੀ ਸੇਜਾ ਹੈ ਦਸਮ ਦਵਾਰ ਦੇ ਵਿੱਚ ਡਾਈ ਹੋਈ ਹੈ, ਕਿਉਂਕਿ ਦਸਮ ਦਵਾਰ ਦੇ ਵਿੱਚ ਉਸ ਅਸਥਾਨ ਤੇ ਬਿਰਤੀ ਨੂੰ ਜੋੜ ਕੇ ਮਨ ਨੂੰ ਇਕਾਗਰ ਕਰਕੇ ਰੱਖਿਆ ਜਾਂਦਾ ਹੈ, ਮਨ ਨੂੰ ਠਹਿਰਾਇਆ ਜਾਂਦਾ ਹੈ, ਰੋਕਿਆ ਜਾਂਦਾ ਹੈ, ਉਸ ਅਸਥਾਨ ਤੇ ਮਨ ਦਾ ਆਰਾਮ ਹੁੰਦਾ ਹੈ। ਤੇ ਚਰਪਟਨਾਥ ਜੋਗੀ ਨੇ ਜਦ ਇਸ ਤਰ੍ਹਾਂ ਦੇ ਸਤਿਗੁਰੂ ਮਹਾਰਾਜ ਜੀਆਂ ਦੇ ਬਚਨ ਸੁਣੇ ਤੇ ਇਸ ਦੇ ਮਨ ਦੀ ਖਲਬਲੀ ਸੀ ਨਾ ਜਿਹੜੀ ਸਾਰੀ ਦੀ ਸਾਰੀ ਖਤਮ ਹੋ ਗਈ। ਮਨ ਦੇ ਵਿੱਚ ਜੋ ਬੇਚੈਨੀ ਸੀ ਇਹ ਸਾਰੀ ਖਤਮ ਹੋ ਗਈ ਸਤਿਗੁਰਾਂ ਦਾ ਬਚਨ ਸੁਣ ਕੇ। ਗੋਰਖ ਸਟਪਟ ਬੈਠ ਕੇ ਉਚਾਰੀਆ। ਤਾਂ ਇਸ ਚਰਪਟਨਾਥ ਜੋਗੀ ਨੇ ਇਸ ਨੇ ਵੀ ਸਮਝ ਲਿਆ ਕਿ ਵਾਕਿਆ ਹੀ ਇਹ ਬੜੇ ਗਿਆਨਵਾਨ ਹਨ। ਤਾਂ ਉਸੇ ਟਾਈਮ ਇਸ ਸਥਾਨ ਤੋਂ ਅਲੋਪ ਹੋਇਆ, ਗੋਰਖਨਾਥ ਦੇ ਪਾਸ ਪਹੁੰਚ ਕੇ ਸਾਰੀ ਵਾਰਤਾ ਦੱਸ ਦਿੱਤੀ। ਪੂਰਨ ਬਿਕਟ ਨੇ ਜਾਨੋ ਤਾਕੋ ਕਟ ਕੈਸੇ। ਗੋਰਖਨਾਥ ਦੇ ਪਾਸ ਜਾ ਕੇ ਚਰਪਟਨਾਥ ਸਿੱਧ ਨੇ ਵੀ ਦੱਸ ਦਿੱਤਾ ਕਿ ਦੇਖੋ ਉਹ ਨਾਨਕ ਤਪਾ ਜੀ ਪੂਰਨ ਹਨ, ਅਰ ਗਿਆਨ ਦੇ ਵਿੱਚ ਪੂਰਨ ਹਨ, ਅਤੇ ਕਿਸੇ ਵੀ ਦਲੀਲਾਂ ਦੇ ਨਾਲ ਕੋਈ ਵੀ ਵਾਦ ਵਿਵਾਦ ਕਰਕੇ ਉਹਨਾਂ ਨੂੰ ਜਿੱਤ ਨਹੀਂ ਸਕਦਾ। ਕੋ ਬਿਦ ਲਟੇ ਨੇ ਟਰਤ ਨਾ ਟਾਰੀਆ। ਅਰ ਫਿਰ ਦੂਸਰੀ ਗੱਲ ਮੈਂ ਇਹ ਵੀ ਦੇਖ ਲਈ ਹੈ ਉਸ ਸਥਾਨ ਤੇ ਜਾ ਕੇ ਕਿ ਕਿਸੇ ਵੀ ਤਰੀਕੇ ਦੇ ਨਾਲ ਨਾਨਕ ਤਪਾ ਜੀ ਆਪਣੇ ਤੋਂ ਵਾਪਸ ਨਹੀਂ ਮੋੜੇ ਜਾ ਸਕਦੇ। ਨਾ ਤੇ ਉਹਨਾਂ ਨੇ ਆ ਕੇ ਆਪਣਾ ਜੋਗ ਮਤ ਹੀ ਧਾਰਨ ਕਰਨਾ ਹੈ, ਅਰ ਨਾ ਉਸ ਸਥਾਨ ਤੋਂ ਵਾਪਸ ਹੀ ਜਾਣਾ ਹੈ। ਚੰਗਰ ਸੁਨਤ ਮਨ ਖਾਏ ਕੇ ਤਮਕ ਕਹੈ। ਉਸ ਸਿੱਧ ਮੰਡਲੀ ਦੇ ਵਿੱਚ ਜਦ ਇਹ ਵਾਰਤਾ ਚਰਪਟਨਾਥ ਨੇ ਕਹੀ, ਝੰਗਰਨਾਥ ਨਾਮ ਦਾ ਇੱਕ ਜੋਗੀ ਉਹ ਵੀ ਥੋੜੀ ਜੀ ਤਮਕ ਖਾ ਕੇ, ਰਿਸ ਖਾ ਕੇ, ਥੋੜਾ ਜਿਹਾ ਕ੍ਰੋਧ ਖਾ ਕੇ ਬੋਲ ਉੱਠਿਆ। ਕੈਸੋ ਮਾਈ ਮੁੰਡਾ ਦੇਹੋ ਆਇਸ ਨਿਹਾਰੀਆ। ਤਾਂ ਉਹ ਥੋੜੇ ਜਿਹੇ ਕ੍ਰੋਧ ਦੇ ਸਮੇਤ ਹੋ ਕੇ ਕਹਿਣ ਲੱਗਿਆ, ਕਿਸ ਤਰ੍ਹਾਂ ਦਾ ਕੈਸੋ ਮਾਈ ਮੁੰਡਾ, ਕਹਿਣ ਲੱਗਿਆ ਕਿਸ ਤਰ੍ਹਾਂ ਦਾ ਹੈ ਇਹ ਨਾਨਕ ਤਪਾ, ਮੈਨੂੰ ਆਗਿਆ ਦੇਵੋ ਮੈਂ ਜਾ ਕੇ ਦੇਖਦਾ ਹਾਂ। ਖਿਨ ਮਾਏ ਆਏ ਬੈਠ ਬਚਨ ਅਲਾਏ ਤਿਨ। ਕ੍ਰੋਧ ਦੇ ਸਮੇਤ ਹੋ ਕੇ ਇੱਕ ਛਿਨ ਦੇ ਵਿੱਚ ਹੀ ਸਤਿਗੁਰਾਂ ਦੇ ਪਾਸ ਪਹੁੰਚ ਜਾਂਦਾ ਹੈ। ਬਿਨਾ ਦੂਧ ਬਾਰ ਕੋ ਕੈਸੇ ਫਿਰਤ ਪਾਰੀਆ। ਉਹਨਾਂ ਦੀ ਤਰ੍ਹਾਂ ਇਹਨੇ ਵੀ ਵਾਦ ਵਿਵਾਦ ਸ਼ੁਰੂ ਕਰ ਦਿੱਤਾ। ਉਹਨਾਂ ਨੇ ਵੀ ਆਪਣੇ ਵੱਲੋਂ ਤੇ ਬਹੁਤ ਵੱਡੇ ਬਹੁਤ ਔਖੇ ਸਵਾਲ ਪਾਏ ਸੀ ਨਾ, ਤੇ ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਬੜੀ ਆਸਾਨੀ ਨਾਲ ਇਹਨਾਂ ਦੇ ਜਵਾਬ ਦੇ ਦਿੱਤੇ। ਤਾਂ ਉਸੇ ਤਰ੍ਹਾਂ ਇਸਨੇ ਵੀ ਆਪਣੇ ਵੱਲੋਂ ਤੇ ਬਹੁਤ ਵੱਡਾ ਸਵਾਲ ਪਾਇਆ। ਇਹ ਆ ਕੇ ਪੁੱਛਣ ਲੱਗਿਆ ਕਿ ਮੈਨੂੰ ਇਹ ਦੱਸਣਾ ਕਰੋ ਕਿ ਬਾਲਕ ਨੂੰ ਬਿਨਾਂ ਦੁੱਧ ਤੋਂ ਕਿਵੇਂ ਪਾਲਿਆ ਹੋਇਆ ਹੈ। ਦੋਹਰਾ ਕੌਣ ਨਾਮ ਕਿਤ ਜਾਓਗੇ ਰਹੋ ਕੌਣ ਸੇ ਦੇਸ਼। ਬਾਲਕ ਨੂੰ, ਬੱਚੇ ਨੂੰ ਪਾਲਣ ਦੇ ਵਾਸਤੇ ਉਸ ਨੂੰ ਪਹਿਲੇ ਦੁੱਧ ਪਿਆਉਣਾ ਪੈਂਦਾ ਹੈ, ਦੁੱਧ ਦੇ ਨਾਲ ਉਸ ਦੀ ਪ੍ਰਤਪਾਲਨਾ ਹੁੰਦੀ ਹੈ। ਅਰ ਤੁਸੀਂ ਬਾਲਕ ਨੂੰ ਕਿਸ ਤਰ੍ਹਾਂ ਪਾਲਿਆ ਹੈ, ਫਿਰ ਤੁਹਾਡਾ ਨਾਮ ਕੀ ਹੈ, ਤੁਸੀਂ ਅੱਗੇ ਕਿਸ ਸਥਾਨ ਤੇ ਜਾਣਾ ਚਾਹੁੰਦੇ ਹੋ। ਚੰਗਰ ਬੂਝੇ ਤੋਏ ਕੋ ਕੌਣ ਤੁਮਾਰਾ ਭੇਸ। ਫਿਰ ਝੰਗਰਨਾਥ ਕਹਿਣ ਲੱਗਿਆ ਮੈਨੂੰ ਸਾਰੀ ਵਾਰਤਾ ਦੱਸੋ ਕਿ ਤੁਸੀਂ ਕਿਸ ਭੇਖ ਨੂੰ ਧਾਰਨ ਕੀਤਾ ਹੋਇਆ ਹੈ। ਸਵਈਆ ਭੌਂਦੂ ਸੁਨੋ ਹਮ ਨਾਨਕ ਨਾਮ। ਸਤਿਗੁਰੂ ਕਹਿਣ ਲੱਗੇ ਐ ਭੌਂਦੂ, ਸਾਡਾ ਨਾਮ ਹੈ ਜੋ ਇਹ ਨਾਨਕ ਨਿਰੰਕਾਰੀ ਹੈ। ਲੱਗੀ ਲਿਵ ਤੇ ਔਰ ਬਾਰਕ ਪਾਰਾ। ਲਿਵ ਲੱਗੀ ਹੋਈ ਪਰਮੇਸ਼ਵਰ ਦੇ ਨਾਮ ਦੇ ਨਾਲ, ਲੱਗੀ ਹੋਈ ਲਿਵ ਦੇ ਨਾਲ ਬਾਲਕ ਦੀ ਪ੍ਰਤਪਾਲਨਾ ਹੋਈ ਹੈ। ਜਿਸ ਤਰ੍ਹਾਂ ਇਸਨੇ ਸਵਾਲ ਕੀਤਾ ਸੀ ਨਾ ਕਿ ਬਿਨਾਂ ਦੁੱਧ ਤੋਂ ਕਿਵੇਂ ਬਾਲਕ ਨੂੰ ਪਾਲਿਆ ਹੈ, ਤਾਂ ਸਤਿਗੁਰਾਂ ਇਸ ਦੇ ਸਵਾਲ ਦਾ ਜਵਾਬ ਦਿੱਤਾ ਕਿ ਵਾਹਿਗੁਰੂ ਦੇ ਨਾਮ ਦੇ ਨਾਲ ਲਿਵ ਲੱਗੀ, ਇਉਂ ਬਾਲਕ ਦੀ ਪ੍ਰਤਪਾਲਨਾ ਹੋਈ ਹੈ। ਬਾਲਕ ਕਿਹੜਾ ਸਾਧ ਸੰਗਤ, ਉਹ ਸਤਿਗੁਰੂ ਮਹਾਰਾਜ ਦੱਸਣਾ ਕਰਦੇ ਹਨ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ। ਰਾਜਾ ਬਾਲਕ ਹੈ ਅਤੇ ਨਗਰੀ ਕਾਚੀ ਹੈ। ਨਗਰੀ ਕੱਚੀ ਕਿਹੜੀ ਹੈ? ਸਰੀਰ ਰੂਪੀ ਨਗਰੀ।
ਇਹ ਕੱਚੀ ਹੈ, ਜਾਣੇ ਇਹ ਸਰੀਰ ਕੱਚਾ ਹੈ, ਇਹ ਕਿਸੇ ਵੀ ਟਾਈਮ ਵਿਨਸ ਸਕਦਾ ਹੈ। ਰਾਜਾ ਬਾਲਕ ਨਗਰੀ ਕਾਚੀ, ਫਿਰ ਜੋ ਰਾਜਾ ਹੈ ਬਾਲਕ, ਇਹ ਸਾਧ ਸੰਗਤ ਆਤਮਾ ਰੂਪੀ ਰਾਜਾ ਇਸ ਕੱਚੀ ਸਰੀਰ ਰੂਪੀ ਨਗਰੀ ਦੇ ਵਿੱਚ ਵਸਦਾ ਹੈ। ਉਸ ਬਾਲਕ ਦੀ ਪ੍ਰਤਿਪਾਲਨਾ ਜਾਣੇ ਆਤਮਾ ਦੀ ਪ੍ਰਤਿਪਾਲਨਾ ਉਹ ਨਾਮ ਦੇ ਨਾਲ ਲਿਵ ਜੁੜੀ ਹੋਈ ਹੈ। ਸਤਿਗੁਰੂ ਕਹਿੰਦੇ ਇਉਂ ਬਾਲਕ ਦੀ ਪ੍ਰਤਿਪਾਲਨਾ ਹੋਈ ਹੈ। ਕਾਜ ਜਹਾਂ ਤੇ ਜਾਵੇਂਗੇ, ਫਿਰ ਸਤਿਗੁਰੂ ਕਹਿਣ ਲੱਗੇ ਕਿ ਦੇਖੋ ਕਿ ਜਿਸ ਸਥਾਨ ਤੇ ਅਸੀਂ ਜਾਣਾ ਚਾਹੁੰਦੇ ਹਾਂ ਆਪਣੇ ਕਾਰਜ ਦੇ ਵਾਸਤੇ, ਸਾਡਾ ਆਪਣਾ ਕਾਰਜ ਹੈ, ਉਸ ਕਾਰਜ ਲਈ ਅਸੀਂ ਉੱਥੇ ਜਾਵਾਂਗੇ। ਨਗਰੀ ਸ਼ਿਵ ਦੇ ਪਛਾਨ ਹਮਾਰਾ, ਫਿਰ ਨਗਰੀ ਦੇ ਬਾਰੇ ਪੁੱਛਿਆ ਤਾਂ ਸਤਿਗੁਰੂ ਕਹਿੰਦੇ ਕਲਿਆਣ ਰੂਪ ਨਗਰੀ ਸਾਡਾ ਇਲਾਕਾ ਹੈ। ਭੂਲੇ ਸੋ ਗੋਰਖ ਉਤਮ ਪੰਥ ਤੇ, ਸਤਿਗੁਰਾਂ ਇਹ ਵੀ ਦੱਸਿਆ ਕਿ ਗੋਰਖ ਨਾਥ ਆਦਿ ਜੋ ਸਿੱਧ ਹਨ, ਜੋ ਉੱਤਮ ਪੰਥ ਤੋਂ ਭੁੱਲ ਚੁੱਕੇ ਹਨ, ਭਟਕ ਗਏ ਹਨ। ਔਦ ਵਧਾਏ ਕੈ ਮਾਨ ਅਪਾਰਾ, ਕੇਵਲ ਤੇ ਕੇਵਲ ਯੋਗਾ ਅਭਿਆਸ ਦੇ ਨਾਲ ਆਪਣੀਆਂ ਉਮਰਾਂ ਲੰਮੀਆਂ ਕਰ ਲਈਆਂ, ਬੜੀਆਂ ਉਮਰਾਂ ਵਧਾ ਲਈਆਂ ਹਨ, ਲੰਮੀਆਂ ਕਰ ਲਈਆਂ ਹਨ, ਤੇ ਇਸ ਕਰਕੇ ਇਹਨਾਂ ਦੇ ਮਨ ਦੇ ਵਿੱਚ ਬੜਾ ਮਾਣ ਹੰਕਾਰ ਪਿਆ ਹੋਇਆ ਹੈ। ਇਉ ਸੁਨ ਝੰਗਰ ਲੱਜਤ ਹੋਏ, ਤੇ ਸਤਿਗੁਰਾਂ ਦੱਸਿਆ ਕਿ ਅਸਲੀ ਯੋਗ ਤੋਂ ਇਹ ਭੁੱਲੇ ਹੋਏ ਹਨ, ਅਸਲੀ ਯੋਗ ਮਾਰਗ ਦਾ ਇਹਨਾਂ ਨੂੰ ਪਤਾ ਨਹੀਂ ਹੈ। ਕੇਵਲ ਤੇ ਕੇਵਲ ਪ੍ਰਾਣਾਯਾਮ ਦੇ ਨਾਲ ਸ਼ਕਤੀਆਂ ਪ੍ਰਾਪਤ ਕੀਤੀਆਂ, ਆਪਣੀਆਂ ਉਮਰਾਂ ਵਧਾਈਆਂ, ਤੇ ਇਸੇ ਨੂੰ ਇਹ ਪਰਮਾਰਥ ਸਮਝੀ ਬੈਠੇ ਹਨ। ਤੇ ਸਤਿਗੁਰਾਂ ਨੇ ਜਦ ਇਸ ਤਰ੍ਹਾਂ ਦੇ ਬਚਨ ਸੁਣਾਏ ਤੇ ਝੰਗਰ ਨਾਮ ਦਾ ਜੋਗੀ ਇਹ ਉਸ ਟਾਈਮ ਸਤਿਗੁਰਾਂ ਦੇ ਬਚਨ ਸੁਣ ਕੇ ਬੜਾ ਲੱਜਿਤ, ਬੜਾ ਲਜਾਏਮਾਨ ਹੋ ਗਿਆ। ਸੁਮੇਰ ਪੈ ਜਾਏ ਕੈ ਬੈਨ ਉਚਾਰਾ, ਤਾਂ ਸੁਮੇਰ ਪਰਬਤ ਤੇ ਪਹੁੰਚਿਆ ਅਤੇ ਸਾਰੀ ਵਾਰਤਾ ਗੋਰਖਨਾਥ ਦੇ ਪਾਸ ਦੱਸ ਦਿੱਤੀ। ਸਵਈਆ ਕੋ ਜੁਗਤੀ ਕਰਨਾ ਅਟਕੈ, ਜਾ ਕੇ ਗੋਰਖਨਾਥ ਦੇ ਪਾਸ ਦੱਸਿਆ ਕਿ ਕਿਸੇ ਵੀ ਉਕਤੀ ਜੁਗਤੀ ਦੇ ਨਾਲ ਨਾਨਕ ਤਪਜੀਆਂ ਨੂੰ ਵਾਪਸ ਨਹੀਂ ਮੋੜਿਆ ਜਾ ਸਕਦਾ। ਤਤਕਾਲੀ ਉਤਰ ਦੇਤ ਬਤਾਈ, ਉਹਨਾਂ ਦੇ ਪਾਸ ਕਿੰਨਾ ਵੀ ਔਖੇ ਤੋਂ ਔਖਾ ਸਵਾਲ ਪਾ ਦਿੱਤਾ ਜਾਵੇ, ਉਹ ਤਤਕਾਲ ਹੀ ਬਿਨਾਂ ਡੇਰੀ ਤੋਂ ਹੀ ਉੱਤਰ ਦੇ ਦਿੰਦੇ ਹੈ। ਉਹ ਜ਼ਿਆਦਾ ਸੋਚਦੇ ਵੀ ਨਹੀਂ ਆ। ਉਹਨਾਂ ਦੇ ਪਾਸ ਸਵਾਲ ਪਾਇਆ, ਤੁਰੰਤ ਫਟਾਫਟ ਉਸ ਸਵਾਲ ਦਾ ਉੱਤਰ ਜਵਾਬ ਦੇ ਦਿੰਦੇ ਹਨ। ਸੰਗਰ ਬੋਲ ਉਠਿਓ ਸੁਣ ਕੇ, ਜਦ ਇਸ ਤਰ੍ਹਾਂ ਝੰਗਰਨਾਥ ਦੇ ਜੋਗੀ ਨੇ ਜਾ ਕੇ ਸਤਿਗੁਰਾਂ ਦੀ ਉਸਤਤ ਕੀਤੀ, ਤੇ ਇੱਕ ਸੰਗਰ ਨਾਮ ਦਾ ਸਿੱਧ ਪੁਰਸ਼ ਉਹ ਉਸੇ ਟਾਈਮ ਬੋਲ ਉੱਠਦਾ ਹੈ। ਕਰ ਬਾਦ ਕੋ ਮੈਂ ਤੇ ਰੋਕੋ ਜਾਈ, ਉਹ ਕਹਿਣ ਲੱਗਿਆ ਕਿ ਮੈਨੂੰ ਆਗਿਆ ਦੇਵੋ, ਮੈਂ ਜਾਂਦਾ ਉਹਨਾਂ ਦੇ ਨਾਲ ਬਾਦ ਵਿਵਾਦ ਕਰਕੇ ਉਹਨਾਂ ਨੂੰ ਜਾਂ ਤੇ ਇਸ ਯੋਗ ਮਤ ਦੇ ਵਿੱਚ ਲੈ ਕੇ ਆਵਾਂਗਾ ਜਾਂ ਵਾਪਸ ਮੋੜ ਦੇਵਾਂਗਾ। ਗੋਰਖ ਆਇਸ ਲੈ ਤਵੇ ਕਰ, ਤਾਂ ਗੋਰਖਨਾਥ ਦੇ ਪਾਸੋਂ ਆਗਿਆ ਲੈ ਕੇ ਸੰਗਰਨਾਥ ਦਾ ਜੋਗੀ ਇਹ ਚੱਲ ਪੈਂਦਾ ਹੈ। ਕਰ ਰੋਸ ਚਲਿਓ ਗੁਰ ਕੇ ਡਿਗ ਧਾਈ, ਆਪਣੇ ਮਨ ਦੇ ਵਿੱਚ ਰੋਸ ਕਰਕੇ, ਕ੍ਰੋਧ ਕਰਕੇ, ਅਹੰਕਾਰ ਦਾ ਸੜਿਆ ਹੋਇਆ ਇਹ ਸਤਿਗੁਰਾਂ ਦੇ ਵੱਲ ਚੱਲ ਪੈਂਦਾ ਹੈ। ਜੋ ਬਿਨਤਾ ਸੁਤ ਕੋ ਚੈ ਜੀਤਨ, ਜਿਸ ਤਰ੍ਹਾਂ ਕੋਈ ਗਰੜ ਨੂੰ ਜਿੱਤਣ ਦੇ ਵਾਸਤੇ ਪਨੰਗ ਬਾਰ ਹੀ ਬਾਰ ਸਿਧਾਈ, ਗਰੜ ਨੂੰ ਜਿੱਤਣ ਦੇ ਵਾਸਤੇ ਬਹੁਤ ਸਾਰੇ ਸੱਪ ਬਾਰ-ਬਾਰ ਜਾ ਰਹੇ ਹੋਣ ਗਰੁੜ ਦੇ ਪਾਸ, ਪਰ ਉਸ ਨੂੰ ਕਦੇ ਵੀ ਜਿੱਤ ਨਹੀਂ ਸਕਦੇ। ਇਸ ਤਰ੍ਹਾਂ ਇਹ ਸਿੱਧ ਮੰਡਲੀ ਦੇ ਸਿੱਧ ਬਾਰ-ਬਾਰ ਇੱਕ-ਇੱਕ ਕਰਕੇ ਧੰਨ ਗੁਰੂ ਨਾਨਕ ਦੇਵ ਜੀਆਂ ਨੂੰ ਜਿੱਤਣ ਦੇ ਵਾਸਤੇ ਆ ਰਹੇ ਹਨ। ਦੋਹਰਾ ਗਏ ਅਗਾਰੀ ਕੋ ਗੁਰੂ ਗਰਮੀਨਾ ਜਹ ਨਾਮ, ਤਾਂ ਸਤਿਗੁਰੂ ਮਹਾਰਾਜ ਉਸ ਟਾਈਮ ਊਨਾ ਨਾਮ ਦੇ ਪਹਾੜ ਤੋਂ ਕਾਫੀ ਉੱਚੀ ਚਲੇ ਗਏ ਸਨ। ਇੱਕ ਮੀਨਾ ਨਾਮ ਦੇ ਪਹਾੜ ਤੇ ਸਤਿਗੁਰਾਂ ਆਪਣਾ ਆਸਨ ਲਾ ਲਿਆ ਸੀ। ਵੈਸੇ ਆਸਨ ਲਾਏ ਤੈ ਹਨਨ ਮਾਨ ਸਿਧ ਕਾਮ, ਮੀਨਾ ਨਾਮ ਦੇ ਪਹਾੜ ਦੇ ਉੱਤੇ ਕਾਫੀ ਸਮਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਆਪਣਾ ਆਸਨ ਲਾ ਕੇ ਰੱਖਿਆ। ਹੁਣ ਸਤਿਗੁਰੂ ਜਾਣਦੇ ਹਨ ਕਿ ਅਜੇ ਹੋਰ ਸਿੱਧ ਪੁਰਸ਼ ਆਉਣੇ ਹਨ,
ਜਿਨ੍ਹਾਂ ਦੇ ਮਨ ਦੇ ਵਿੱਚ ਬੜਾ ਮਾਣ ਅਹੰਕਾਰ ਭਰਿਆ ਹੋਇਆ ਹੈ। ਸਤਿਗੁਰੂ ਜਾਣਦੇ ਹਨ ਕਿ ਇਹਨਾਂ ਦੇ ਮਨ ਦਾ ਵੀ ਮਾਣ ਦੂਰ ਕਰਨਾ ਹੀ ਪਵੇਗਾ। ਸੰਗਰ ਬੋਲਿਓ ਆਨ ਕੇ ਬਲ ਹੈ ਆਦੇਸ਼। ਸੰਗਰ ਨਾਮ ਦਾ ਸਿੱਧ ਇਹ ਸਤਿਗੁਰਾਂ ਦੇ ਪਾਸ ਪਹੁੰਚਿਆ। ਸਤਿਗੁਰਾਂ ਨੂੰ ਦੇਖਣ ਸਾਰ ਇਹ ਆਦੇਸ਼ ਕਰਦਾ ਹੈ ਕਿ ਬਾਲੇ ਬਾਲਕ ਆਦੇਸ਼ ਹੈ। ਸੁਨ ਤੂਸ਼ਨ ਮੁਕਤੇ ਰਹੇ ਮੁਸਕਾਨੇ ਜਗਤੇਸ਼। ਜਦ ਆ ਕੇ ਇਸਨੇ ਆਦੇਸ਼ ਕੀਤਾ ਤਾਂ ਗੁਰੂ ਮਹਾਰਾਜ ਜੀ ਉਸ ਟਾਈਮ ਚੁੱਪ ਰਹੇ, ਕੋਈ ਵੀ ਸਤਿਗੁਰਾਂ ਅੱਗੋਂ ਬਚਨ ਨਹੀਂ ਕੀਤਾ। ਸੋਰਠਾ ਰਿਸਮੇ ਸੰਗਰ ਹੋਏ ਅਸਵਿਦ ਬਚਨ ਅਲਾਵਹੀ। ਇਸਨੇ ਆਦੇਸ਼ ਕੀਤਾ, ਸਤਿਗੁਰਾਂ ਅੱਗੋਂ ਕੋਈ ਜਵਾਬ ਨਹੀਂ ਦਿੱਤਾ ਹੈ, ਕੋਈ ਜਵਾਬ ਨਹੀਂ ਦਿੱਤਾ। ਸਤਿਗੁਰੂ ਮੁਸਕਰਾਏ ਔਰ ਇਹਨਾਂ ਦੀਆਂ ਗੱਲਾਂ ਦੇ ਵੱਲ ਦੇਖ ਕੇ ਸਤਿਗੁਰੂ ਮੁਸਕਰਾਏ ਤੇ ਇਹ ਹੋਰ ਵੀ ਕ੍ਰੋਧ ਦੇ ਵਿੱਚ ਆ ਕੇ ਸੰਗਰਨਾਥ ਦਾ ਨਾਮ ਦਾ ਜੋਗੀ ਕਹਿਣ ਲੱਗਾ, ਉੱਤਰ ਦੇਤ ਨਾ ਕੋਏ ਮਾਈ ਮੁੰਡਾ ਹਸਤ ਹੈ। ਮਾਈ ਮੁੰਡਾ ਕਹਿ ਕੇ ਇਹ ਇਸ ਤਰ੍ਹਾਂ ਦੇ ਵਚਨ ਕਹਿ ਕੇ ਨਾ ਫਿਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੂੰ ਕਹਿਣ ਲੱਗੇ ਕਿ ਦੇਖੋ ਤੁਸੀਂ ਮੇਰੀ ਗੱਲ ਦਾ ਕੋਈ ਉੱਤਰ ਨਹੀਂ ਦਿੱਤਾ, ਜਵਾਬ ਨਹੀਂ ਦਿੱਤਾ, ਅੱਗੋਂ ਬੈਠੇ ਮੁਸਕਰਾ ਰਹੇ ਹੋ। ਕਵਿਤ ਮਾਈ ਮੁੰਡਾ ਗੋਰਕੇ ਤਿਖਣਾ ਨਾ ਦੀਨੀ ਤੋਏ। ਸਤਿਗੁਰੂ ਕਹਿਣ ਲੱਗੇ ਮਾਈ ਮੁੰਡਾ ਜੋ ਤੂੰ ਕਿਹਾ ਹੈ ਇਹ ਤੇ ਤੇਰਾ ਗੁਰੂ ਗੋਰਖ ਹੈ, ਕਿਉਂਕਿ ਉਸਨੇ ਤੁਹਾਨੂੰ ਇਹ ਸਿੱਖਿਆ ਨਹੀਂ ਦਿੱਤੀ ਹੈ, ਤੁਹਾਨੂੰ ਬੋਲਣ ਦੀ ਸਿੱਖਿਆ ਨਹੀਂ ਦਿੱਤੀ ਹੈ, ਹੋਰ ਤੁਹਾਨੂੰ ਕੋਈ ਸਮਝ ਨਹੀਂ ਹੈ। ਕਾਨ ਪਾਰ ਮੁੰਦਰਾ ਪਾਏ ਬਿਮਤ ਬਨਾਇਓ ਹੈ। ਗੋਰਖਨਾਥ ਨੇ ਕੀ ਕੀਤਾ ਹੈ ਕਿ ਤੁਹਾਡੇ ਸਿਰ ਮੁੰਨ ਕੇ ਚਟਮ ਕਰ ਦਿੱਤੇ ਹਨ, ਕੰਨ ਪਾੜ ਕੇ ਉਹਨਾਂ ਦੇ ਵਿੱਚ ਫਟਕ ਬਲੌਰ ਦੀਆਂ ਮੁੰਦਰਾਂ ਪਾ ਦਿੱਤੀਆਂ ਹਨ ਤੇ ਸਰੀਰ ਦੇ ਉੱਪਰ ਵਿਭੂਤੀ ਮਲ ਕੇ ਇਸ ਤਰ੍ਹਾਂ ਮੂਰਖਾਂ ਦੇ ਸਮਾਨ ਤੁਹਾਨੂੰ ਬਣਾ ਦਿੱਤਾ ਹੈ। ਮੁੰਡ ਕੋ ਮੁੰਡਾਏ ਨਿਜ ਗੋਤ ਕੋ ਲਜਾਏ। ਆਪਣੇ ਸਿਰ ਨੂੰ ਮਨਵਾ ਕੇ ਤੁਸੀਂ ਤੇ ਸਤਿਗੁਰੂ ਕਹਿੰਦੇ ਆਪਣੀ ਕੁੱਲ ਨੂੰ ਹੀ ਲਾਜ ਲਾ ਦਿੱਤੀ ਹੈ ਕਿ ਉਸ ਮਤ ਨੂੰ ਧਾਰਨ ਕਰਨ ਦੇ ਵਾਸਤੇ ਆਪਣੇ ਸਿਰ ਮਨਵਾ ਰਹੇ ਹੈ। ਸਿਰ ਮਨਵਾ ਕੇ ਕੰਨਾਂ ਦੇ ਵਿੱਚ ਮੁੰਦਰਾਂ ਪਵਾ ਕੇ ਫਿਰ ਆਪਣੇ ਸਰੀਰ ਦੇ ਉੱਪਰ ਵਿਭੂਤੀ ਮਲ ਕੇ ਝੋਲੀ ਪਾ ਕੇ ਹੁਣ ਦਰ ਦਰ ਮੰਗਣ ਦਾ ਕੰਮ ਕਰ ਰਹੇ ਹੋ। ਸਤਿਗੁਰੂ ਕਹਿਣ ਲੱਗੇ ਕਿ ਤੁਸੀਂ ਆਪਣੀ ਗੋ ਤੇ ਆਪਣੀ ਜਾਤ ਤੇ ਆਪਣੀ ਕੁੱਲ ਨੂੰ ਲਾਜ ਲਗਾ ਦਿੱਤੀ ਹੈ। ਤਨ ਭਸਮ ਲਗਾਏ ਬਾਦ ਜਨਮ ਗਵਾਇਓ ਹੈ। ਆਪਣੇ ਸਰੀਰ ਦੇ ਉੱਤੇ ਸਵਾਹ ਮਲ ਕੇ ਇਹ ਅਮੋਲਕ ਮਨੁੱਖਾ ਜਨਮਾਂ ਤੁਸੀਂ ਬਰਬਾਦ ਗਵਾ ਰਹੇ ਹੋ। ਜੈਸੇ ਨੀਰ ਭੇਕ ਨੇ ਕਮਲ ਕੀ ਸਾਰ ਜਾਣੈ। ਸਤਿਗੁਰਾਂ ਨੇ ਐਸੇ ਸੱਚੇ ਵਚਨ ਸੁਣਾਏ। ਸਤਿਗੁਰੂ ਕਹਿਣ ਲੱਗੇ ਕਿ ਦੇਖੋ ਸਿੱਧੋ, ਤੁਸੀਂ ਤੇ ਜਿਸ ਤਰ੍ਹਾਂ ਕੋਈ ਜਲ ਦੇ ਵਿੱਚ ਤਲਾਬ ਦੇ ਵਿੱਚ ਕਮਲ ਦਾ ਫੁੱਲ ਹੁੰਦਾ ਹੈ ਨਾ, ਉਸ ਕਮਲ ਦਾ ਫੁੱਲ ਪਾਣੀ ਦੇ ਵਿੱਚ ਹੁੰਦਾ ਹੈ ਔਰ ਉਸ ਪਾਣੀ ਦੇ ਵਿੱਚ ਰਹਿਣ ਵਾਲਾ ਡੱਡੂ ਉਸ ਕਮਲ ਦੇ ਪਾਸ ਜੋ ਜਾਲਾ ਹੈ ਉਹ ਖਾਂਦਾ ਹੈ ਪਰ ਕਮਲ ਦੀ ਸਾਰ ਨਹੀਂ ਜਾਣਦਾ। ਜੋਗੀਆ ਕਹਾਏ ਨਿਜ ਜੋਗ ਕੋ ਲਜਾਇਓ ਹੈ। ਇਸੇ ਤਰ੍ਹਾਂ ਕਹਿਣ ਲੱਗੇ ਸਤਿਗੁਰੂ ਤੁਹਾਨੂੰ ਇਸ ਪਰਮਾਰਥ ਦੇ ਬਾਰੇ ਕੁਝ ਵੀ ਪਤਾ ਨਹੀਂ ਹੈ। ਆਪਣੇ ਆਪ ਨੂੰ ਜੋਗੀ ਕਹਾਉਣੇ ਹੋ, ਸਿੱਧ ਪੁਰਸ਼ ਕਹਾਉਣੇ ਹੋ, ਪਰ ਤੁਸੀਂ ਤੇ ਜੋਗ ਨੂੰ ਵੀ ਲਾਜ ਲਾ ਦਿੱਤੀ ਹੈ, ਕਿਉਂਕਿ ਅਸਲੀ ਜੋਗ ਦਾ ਤੁਹਾਨੂੰ ਅਜੇ ਤੱਕ ਪਤਾ ਹੀ ਨਹੀਂ ਚੱਲਿਆ। ਸੰਗਰ ਸੁਨਤ ਸਰੋਤ ਹੋਏ ਕੇ ਲੱਜਤ। ਸਤਿਗੁਰਾਂ ਨੇ ਐਸੇ ਸੱਚੇ ਵਚਨ ਸੁਣਾਏ ਤੇ ਇਹ ਸੰਗਰਨਾਥ ਦਾ ਜੋਗੀ ਜਿਹੜਾ ਬੜੇ ਕ੍ਰੋਧ ਦੇ ਸਮੇਤ ਆਇਆ ਸੀ ਨਾ, ਤਾਂ ਉਸ ਟਾਈਮ ਠੰਡਾ ਹੋ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ ਤੇ ਬੜੀ ਲੱਜਿਆ ਦੇ ਸਮੇਤ ਬੜਾ ਸ਼ਰਮਸ਼ਾਰ ਹੁੰਦਾ ਹੈ ਜਦ ਸਤਿਗੁਰੂ ਮਹਾਰਾਜ ਜੀ ਨੇ ਐਸੇ ਬਚਨ ਸੁਣਾ ਦਿੱਤੇ। ਸੰਸੇ ਤਾਰ ਚਿਤ ਐਸੇ ਬਚਨ ਅਲਾਇਓ ਹੈ। ਆਪਣੇ ਹਿਰਦੇ ਦੇ ਵਿੱਚ ਬੜਾ ਸੰਸਾ ਧਾਰਨ ਕਰਕੇ ਫਿਰ ਵਚਨ ਕੀਤੇ। ਕੌਣ ਹੈ ਜੁਗਤ ਜਾਤੇ ਕ੍ਰੋਧੋਂ ਕੋ ਜੀਤ ਲੀਜੈ। ਫਿਰ ਇਹ ਕਹਿਣ ਲੱਗਿਆ ਜੋਗੀ ਕਿ ਮੈਨੂੰ ਇਹ ਵੀ ਦੱਸੋ ਫਿਰ ਤੁਸੀਂ ਕਿ ਐਸੀ ਕਿਹੜੀ ਜੁਗਤੀ ਹੈ। ਤੁਸੀਂ ਕਹਿੰਦੇ ਹੋ ਨਾ ਕਿ ਅਸਲੀ ਜੋਗ ਦਾ ਤੁਹਾਨੂੰ ਪਤਾ ਨਹੀਂ ਚੱਲਿਆ ਹੈ, ਤੇ ਫਿਰ ਬੇਨਤੀ ਕੀਤੀ ਕਿ ਫਿਰ ਸਾਨੂੰ ਇਹ ਵੀ ਦੱਸੋ ਕਿ ਅਸਲੀ ਜੋਗ ਕਿਹੜਾ ਹੈ ਔਰ ਕਿਸ ਜੁਗਤੀ ਤੇ ਕਰਕੇ
ਇਸ ਕ੍ਰੋਧ ਦੇ ਉੱਪਰ, ਹੰਕਾਰ ਦੇ ਉੱਪਰ ਵਸੀਕਾਰ ਪਾਇਆ ਜਾ ਸਕਦਾ ਹੈ। ਹੋਏ ਕੇ ਅਤੀਤ ਕੈਸੇ ਕਾਮ ਕੋ ਗਵਾਈਏ। ਪਹਿਲੇ ਤੇ ਇਹ ਦੱਸੋ ਕਿ ਇਸ ਕ੍ਰੋਧ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ ਬਿਨਾਂ ਪ੍ਰਾਣਾਯਾਮ ਤੋਂ। ਤੇ ਫਿਰ ਦੂਸਰੀ ਗੱਲ ਇਹ ਦੱਸੋ ਕਿ ਕਾਮ ਨੂੰ ਜਿੱਤ ਕੇ ਅਤੀਤ ਕਿਵੇਂ ਬਣਿਆ ਜਾ ਸਕਦਾ ਹੈ। ਸੀਸ ਕਾਲ ਟਰ ਕੈਸੇ ਲੋਭ ਪਰ ਹਰੇ ਉਰ। ਤੇ ਫਿਰ ਤੀਸਰਾ ਵਚਨ ਇਹ ਕੀਤਾ ਕਿ ਸਿਰ ਦੇ ਉੱਪਰੋਂ ਮੌਤ ਦਾ ਭੈ ਹੈ, ਮੌਤ ਦਾ ਖੌਫ ਹੈ, ਉਹ ਕਿਵੇਂ ਦੂਰ ਹੋਵੇ, ਮੌਤ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਕੌਣ ਸੀ ਜੁਗਤ ਤੇ ਅਮਰ ਪਦ ਜਾਈਏ। ਕਿਹੜੀ ਐਸੀ ਜੁਗਤੀ ਹੈ ਜਿਸ ਜੁਗਤੀ ਨੂੰ ਧਾਰਨ ਕਰਕੇ ਅਮਰ ਪਦਵੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਮਾਇਆ ਤਜ ਕੈਸੇ ਕਰ ਜਗ ਮੇ ਰਹਾਏ ਨਰ। ਬਹੁਤ ਸਾਰੇ ਐਸੇ ਸਵਾਲ ਇਸਨੇ ਪਾਏ। ਇਹ ਕਹਿਣ ਲੱਗਿਆ ਫਿਰ ਇਹ ਵੀ ਨਾਲ ਦੱਸੋ ਕਿ ਇਸ ਦੁਨੀਆ ਦੇ ਵਿੱਚ ਰਹਿ ਕੇ ਮਾਇਆ ਨੂੰ ਤਜ ਕੇ, ਮਾਇਆ ਨੂੰ ਤਿਆਗ ਕੇ ਫਿਰ ਕਿਵੇਂ ਰਿਹਾ ਜਾ ਸਕਦਾ ਹੈ। ਕਿਉਂਕਿ ਦੁਨੀਆ ਦੇ ਵਿੱਚ ਸਰੀਰ ਧਾਰਨ ਕਰਕੇ ਫਿਰ ਮਾਇਆ ਧਨ ਦੌਲਤ ਦੀ ਤੇ ਜ਼ਰੂਰਤ ਪੈਂਦੀ ਹੈ ਨਾ। ਸਰੀਰ ਦੇ ਨਿਰਵਾਹ ਦੇ ਵਾਸਤੇ ਬਹੁਤ ਸਾਰੀਆਂ ਵਸਤੂਆਂ ਦੀ ਲੋੜ ਪੈਂਦੀ ਹੈ, ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ। ਹਰ ਇੱਕ ਚੀਜ਼ ਦੇ ਵਾਸਤੇ ਮਾਇਆ ਪਹਿਲੇ ਚਾਹੀਦੀ ਹੈ। ਮਾਇਆ ਤੋਂ ਬਿਨਾਂ, ਪੈਸੇ ਤੋਂ ਬਿਨਾਂ ਕੋਈ ਵੀ ਕਾਰਜ ਰਾਸ ਨਹੀਂ ਹੁੰਦਾ ਹੈ। ਦੁਨੀਆ ਦੇ ਕਾਰਜਾਂ ਦੇ ਵਾਸਤੇ, ਦੁਨੀਆ ਦੇ ਨਿਰਵਾਹ ਦੇ ਵਾਸਤੇ ਧਨ ਦੌਲਤ ਦੀ ਬੜੀ ਜ਼ਰੂਰਤ ਪੈਂਦੀ ਹੈ। ਫਿਰ ਤੁਸੀਂ ਇਹ ਵੀ ਦੱਸੋ ਕਿ ਮਾਇਆ ਨੂੰ ਤਜ ਕੇ, ਮਾਇਆ ਨੂੰ ਤਿਆਗ ਕੇ ਫਿਰ ਇਸ ਦੁਨੀਆ ਦੇ ਵਿੱਚ ਕਿਵੇਂ ਰਿਹਾ ਜਾ ਸਕਦਾ ਹੈ। ਬੂਝਿਓ ਹੈ ਸੰਦੇਹ ਤੋ ਕੋ ਉਤਰ ਸੁਣਾਈਏ। ਤੇ ਇਹ ਜੋਗੀ ਕਹਿਣ ਲੱਗਿਆ ਕਿ ਮੇਰੇ ਮਨ ਦੇ ਵਿੱਚ ਇਹ ਵੱਡੀ ਸ਼ੰਕਾ ਹੈ, ਤਾਂ ਤੇ ਮੇਰੇ ਇਹਨਾਂ ਸਵਾਲਾਂ ਦਾ ਤੁਸੀਂ ਜਵਾਬ ਦੇਵੋ ਔਰ ਮੈਨੂੰ ਇਸ ਗੱਲ ਦੀ ਤਸੱਲੀ ਕਰਵਾ ਦੇਵੋ। ਐਸੇ ਸੁਨ ਬੈਨ ਗਤ ਦੇਨ ਗੁਰ ਐਨ। ਜਦ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਸੁਣੇ, ਮੁਕਤੀ ਦਾਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਹਨ। ਜਾਈ ਕੀ ਸ਼ਰਨ ਤੇ ਸਰਬ ਸੁਖ ਪਾਈਏ। ਜਿਸ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਸ਼ਰਨ ਦੇ ਵਿੱਚ ਆ ਕੇ ਸਾਰੇ ਸੁੱਖ ਪ੍ਰਾਪਤ ਕੀਤੇ ਜਾ ਸਕਦੇ ਹੈ, ਸਾਰੇ ਦੁੱਖਾਂ ਤੋਂ ਬਚਿਆ ਜਾ ਸਕਦਾ ਹੈ। ਉਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਗਰ ਨਾਮ ਦੇ ਸਿੱਧ ਦੇ ਇਹਨਾਂ ਸਵਾਲਾਂ ਦਾ ਜਵਾਬ ਦੇਣ ਲੱਗੇ ਹਨ। ਸ਼ਾਂਤ ਰੋਸ ਜੀਤ ਤਜ ਤ੍ਰਿਗੁਣ ਅਤੀਤ ਹੋਏ। ਇਸਨੇ ਇਹ ਸਵਾਲ ਪਾਇਆ ਸੀ ਨਾ ਕਿ ਕ੍ਰੋਧ ਨੂੰ ਕਿਵੇਂ ਜਿੱਤਿਆ ਜਾ ਸਕਦਾ ਹੈ, ਕਾਮ ਨੂੰ ਤਜ ਕੇ ਅਤੀਤ ਕਿਵੇਂ ਬਣਿਆ ਜਾ ਸਕਦਾ ਹੈ, ਮੌਤ ਨੂੰ ਕਿਵੇਂ ਜਿੱਤਿਆ ਜਾ ਸਕਦਾ ਹੈ, ਮੌਤ ਤੋਂ ਕਿਵੇਂ ਦੂਰ ਪਰੇ ਹੋਇਆ ਜਾ ਸਕਦਾ ਹੈ। ਤਾਂ ਹੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਿੱਧ ਦੇ ਇਹਨਾਂ ਸਵਾਲਾਂ ਦਾ ਜਵਾਬ ਦੇ ਰਹੇ ਹਨ। ਇਹਨਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਹਨ ਕਿ ਸ਼ਾਂਤੀ ਦੇ ਨਾਲ, ਸ਼ਾਂਤ ਚਿੱਤ ਕਰਕੇ ਕ੍ਰੋਧ ਨੂੰ ਜਿੱਤਿਆ ਜਾ ਸਕਦਾ ਹੈ। ਹੁਣ ਜਿਸ ਤਰ੍ਹਾਂ ਇਸ ਸਿੱਧ ਦੇ ਬਾਕੀ ਸਵਾਲਾਂ ਦਾ ਜਵਾਬ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਦੇਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਉਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਸ਼ਾਂਤ ਰੋਸ ਜੀਤ ਤਜ ਤਿਰਗੁਣ ਅਤੀਤ ਹੋਏ। ਗੁਰੂ ਮੁਖ ਪਾਏ ਗਿਆਨ ਕਾਮ ਕੋ ਗਵਾਈਏ। ਸ਼ਾਂਤ ਰੋਸ ਜੀਤ ਤਜ ਤਿਰਗੁਣ ਅਤੀਤ ਹੋਏ। ਗੁਰੂ ਮੁਖ ਪਾਏ ਗਿਆਨ ਕਾਮ ਕੋ ਗਵਾਈਏ। ਇਹ ਅਚੁੱਤ ਹੀ ਪਾਰ ਬ੍ਰਹਮ ਅਬਨਾਸੀ ਅਗਨਾ।